कृपा करहु दीन के दाते। मेरा गुण अवगण ना विचारो कोई। माटी का क्या धोपै स्वामी, मानस की गत एही। नाम देव कबीर त्रिलोचन, सदना सैन तरੈ। कह रविदास सुनो रे संतो, हर जियो ते सबै सरै। बदबख्त हम चूँ बखील गाफिल, बेनज़र बेबाक। नानक बुगोयत जन तुरा, तेरे चाकरां पाखाक। हाजरा हजूर ज़हरा ज़हूर सर्व कला भरपूर, चबर छतर तखत दे मालिक, रूहानियत दे भंडार, बरदवालम शाह साहिब सतगुरु श्री गुरु ग्रंथ साहब महाराज जी दी पावन हजूरी अंदर तीन रोज़ा गुरमत समागम भगत नामदेव जी के जन्म दिहाड़े नूं समर्पित आप गुरु नानक सत्संग सभा गुरुद्वारा शामनगर, इस पावन दरबार की प्रबंधक कमेटी, प्रबंधक जन ते 13 आसा वैलफेयर ट्रस्ट, जिहड़ा ना सिर्फ साडी धरती ते बल्कि देश विदेशों दे विच कैनेडा अमरीका वर्गे मुल्कां दे विच भी गुरमत गुरु दे सिद्धांत गुरु दे शब्द की सेवा कर रहा है। सतगुर सच्चे पातशाह महाराज जी ने किरपा करके इन्हां गुरमुखां नूं पारब्रह्म परमेश्वर दे ज्ञान की प्राप्ति करने वाले इस धरती दे बेअंत भगतां विचों 15 भगत जिन्हां दा जिक्र श्री गुरु ग्रंथ साहब जी दे विच आया, जिन्हां दी बाणी श्री गुरु ग्रंथ साहब जी दे विच दर्ज है, जिन्हां ने निर्गुण भगती का उपदेश दृढ़ कराया, वहमां भरमां तो, बेलोड़े फोकट कर्म कांडां तो और इस धरती ते पसर रहे धर्म के नाम ते पाप नूं सच्ची मुच्ची खत्म करके उहदा विरोध करके एक पार ब्रह्म परमेश्वर की सच्ची आराधना वल जोड़िया। उन्हां भगतां की लड़ी विचों, क्योंकि भगत सारे सिरमौर ने, भावें एक भी तुक किसी दी गुरु ग्रंथ साहब जी दे विच है, छाड़ मन हर बेमुखन को संग, ये एक तुक ही दर्ज किसी दी होए गुरु ग्रंथ साहब च तां भी वो श्रोमणी है। सो इन्हां भगतां दी लड़ी विचों जिन्हां दी बाणी बड़े प्रेम प्यार और बहुत ज़्यादा रब दे अकीदे ते एक पार ब्रह्म परमेश्वर दे सब थाई दीदार करने का उपदेश दिंदी है, उन्हां विचों भगत नामदेव जी का आप दिहाड़ा मना रहे हो। अज दूसरे दिन दे समागम आप संगत जुड़ के बैठे हो, जिन्हें आप मौजूद हो, जिन्हें मीडिया राही देशा विदेशों में सरवण कर रहे हो, आप बख्शो असीस। गज बज के गुरु बख्शी फतेह सांझी करो। सारे आखो जी वाहिगुरू जी का खालसा वाहिगुरू जी की फतेह। कल असी भगत नामदेव जी का जन्म नरसी बामनी इलाके का नाम है जिथे प्रगट होए।
ਪਿਤਾ ਜੀ ਦਾਮ ਸੇਟੂ ਤੇ ਮਾਤਾ ਗੋਨਾ ਬਾਈ ਜੀ ਦੀ ਕੁੱਖੋਂ ਪਿਤਾ ਜੀ ਦੇ ਜਿਹੜੇ ਪਿਛਲੇ ਸੰਸਕਾਰ ਸਨ, ਬੀਠੁਲ ਦੀ ਪੂਜਾ ਕਰਨਾ, ਦੇਵ ਇਸ਼ਟ ਨੂੰ ਪੂਜਣਾ, ਦੁੱਧ ਚੜਾਉਣਾ ਤੇ ਸਾਰੇ ਉਹ ਕਰਮ ਜਿਹੜੇ ਉਸ ਧਰਮ ਦੇ ਵਿੱਚ ਪੂਜੇ ਜਾਂਦੇ, ਉਹ ਪਿਤਾ ਦਾਮ ਸੇਟੂ ਤੋਂ, ਕਿਉਂਕਿ ਉਹਨਾਂ ਦੇ ਘਰ ਪ੍ਰਗਟੇ ਨੇ। ਭਗਤ ਨਾਮਦੇਵ ਜੀ ਦੇ ਵਿੱਚ ਉਹ ਸਹਿਜ ਸੁਭਾਏ ਆਏ। ਭਾਵੇਂ ਛੋਟੀ ਉਮਰ ਦੇ ਵਿੱਚ ਦੁੱਧ ਪਿਲਾਉਣ ਦਾ ਜ਼ਿਕਰ, ਪਰ ਦੁੱਧ ਭਗਤ ਨਾਮਦੇਵ ਜੀ ਕਿਥੇ ਨਹੀਂ ਕਹਿੰਦੇ ਕਿ ਬੀਠੁਲ ਨੇ ਆ ਕੇ ਪੀਤਾ। ਭਗਤ ਨਾਮਦੇਵ ਜੀ ਕਿਥੇ ਮੂਰਤੀ ਨੂੰ ਨਹੀਂ ਕਹਿੰਦੇ। ਭਗਤ ਨਾਮਦੇਵ ਜੀ ਤੇ ਕਹਿੰਦੇ ਹਰੀ ਪ੍ਰਭੂ ਨੇ ਆਪ ਉਹ ਪ੍ਰਵਾਨ ਕੀਤਾ। ਫਿਰ ਉਸ ਤੋਂ ਬਾਅਦ ਕਈ ਸਾਖੀਆਂ ਤੇ ਕਈ ਘਟਨਾਵਾਂ ਜਿਹੜੀ ਭਗਤ ਨਾਮਦੇਵ ਜੀ ਆਪਣੀ ਹੀ ਬਾਣੀ ਵਿੱਚ ਦਰਜ ਕਰਦੇ ਨੇ, ਸਮਝਾਉਂਦੇ ਨੇ। ਉਹ ਸਾਰੇ ਉਦਾਹਰਣ ਤੇ ਉਹ ਸਾਖੀਆਂ ਅਸੀਂ ਵਿਚਾਰਨ ਦਾ ਯਤਨ ਕਰ ਰਹੇ ਹਾਂ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਆਪਣੇ ਗੁਰੂ ਨੂੰ ਮਿਲਣਾ, ਜਿਸ ਗੁਰੂ ਦਾ ਨਾਮ ਇਤਿਹਾਸ ਦੇ ਵਿੱਚ ਵਿਸ਼ੋਭਾ ਖੇਚਰ ਕਰਕੇ ਲਿਖਿਆ, ਤੇ ਉਹਨਾਂ ਨੇ ਨਾਮਦੇਵ ਜੀ ਨੂੰ ਉਪਦੇਸ਼ ਦੇਣਾ ਕਿ ਮੂਰਤੀ ਦੇ ਵਿੱਚੋਂ ਰੱਬ ਨਹੀਂ ਪ੍ਰਾਪਤ ਹੁੰਦਾ, ਪੱਥਰ ਵਿੱਚੋਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਕਿ ਇੱਕ ਥਾਂ ਤੇ ਇੱਕ ਪੱਥਰ ਕਿਸੇ ਥਾਂ ਤੇ ਸੀਮਿਤ ਰੱਬ ਨਹੀਂ ਹੈ, ਰੱਬ ਤੇ ਹਰ ਥਾਂ ਤੇ ਹੈ। ਉਹ ਉਪਦੇਸ਼ ਇਸ ਕਰਕੇ, ਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਕਿ ਇਸ ਧਰਤੀ ਤੇ ਭਾਵੇਂ ਜਿੰਨਾ ਮਰਜ਼ੀ ਤੂੰ ਭੱਜ ਨੱਠ ਕਰ ਲੈ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਗਤ ਨਹੀਂ ਹੈ। ਗੁਰੂ ਨੇ ਉਹਨਾਂ ਦੇ ਵਿਸ਼ੋਭਾ ਖੇਚਰ ਨੇ ਉਪਦੇਸ਼ ਦੇੜ ਕਰਾਇਆ ਔਰ ਸਭ ਕੁਝ ਕੀਤਾ। ਸੋ ਆਪ ਫਿਰ ਇੱਕ ਵਾਰੀ ਅਸੀਸ ਬਖਸ਼ੋ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚੋਂ ਜਿਹੜੀ ਉਦਾਹਰਨਾਂ ਲੈ ਕੇ ਤੁਰੇ ਹੋਏ ਹਾਂ, ਭਗਤ ਨਾਮਦੇਵ ਜੀ ਦਾ ਮਰੀ ਗਊ ਜਿੰਦਾ ਕਰਨ ਦਾ ਜ਼ਿਕਰ ਸ਼ਬਦ ਵਿੱਚ ਪੜ੍ਹਦੇ ਹਾਂ। ਦਿੱਲੀ ਦੀ ਘਟਨਾ ਹੈ, ਮਹਾਰਾਸ਼ਟਰ ਦੀ ਘਟਨਾ ਅਸੀਂ ਨਾਗਨਾਥ ਮੰਦਿਰ ਦੀ ਪੜ੍ਹਦੇ ਹਾਂ ਕਿ ਧੱਕੇ ਮਾਰ ਕੇ ਨਾਮਦੇਵ ਜੀ ਨੂੰ ਬਾਹਰ ਕੱਢਿਆ ਗਿਆ ਤੇ ਨਾਮਦੇਵ ਜੀ ਨੇ ਰੱਬ ਨੂੰ ਸਿੱਧਾ ਉਲਾਮਾ ਕੀਤਾ। 2 ਸ਼ਬਦ ਸਾਨੂੰ ਸਿੱਧੇ ਸਿੱਧੇ ਬਾਣੀ ਵਿੱਚੋਂ ਮਿਲਦੇ ਨੇ। ਇੱਕ ਸ਼ਬਦ ਹਸਤ ਖੇਲਤ ਤੇਰੇ ਦੇਹੁਰੀ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਦੂਸਰਾ ਸ਼ਬਦ ਇਸੀ ਘਟਨਾ ਦੇ ਆਧਾਰ ਤੇ ਸਾਨੂੰ ਮਿਲਦਾ, ਮੂਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਇਓ। ਕਹਿੰਦੇ ਮੈਨੂੰ ਕੁੱਟਿਆ ਇਹਨਾਂ ਆਲਾ ਆਪਣੇ ਆਪ ਨੂੰ ਉੱਚੇ ਬ੍ਰਾਹਮਣ ਕਹਿਣ ਵਾਲਿਆਂ ਨੇ, ਆਪਣੇ ਆਪ ਨੂੰ ਜਾਤ ਦੇ ਉੱਚੇ ਕਹਿਣ ਵਾਲਿਆਂ ਨੇ, ਸੂਦ ਸੂਦ ਕਰ ਮਾਰ ਉਠਾਇਓ, ਕਾਹਾ ਕਰੇ ਬਾਬ ਬੀਠਲਾ, ਮੈਂ ਕੀ ਕਰ ਸਕਿਆ, ਮੇਰੇ ਵਿਚਾਰੇ ਦਾ ਕੀ ਵੱਸ ਸੀ ਉਹਨਾਂ ਸਾਰਿਆਂ ਅੱਗੇ, ਉਹਨਾਂ ਵਿਪਰ ਪ੍ਰਧਾਨਾਂ ਅੱਗੇ ਜਿਹੜੇ ਆਪਣੇ ਆਪ ਨੂੰ। ਪਰ ਭਗਤ ਨਾਮਦੇਵ ਜੀ ਕਹਿੰਦੇ ਆ ਕਿ ਵੇ ਰੱਬਾ, ਮਰਨ ਤੋਂ ਬਾਅਦ ਮੈਨੂੰ ਸਵਰਗ ਨਹੀਂ ਚਾਹੀਦਾ, ਮੈਂ ਕੋਈ ਬੈਕੁੰਠ ਮਰਨ ਤੋਂ ਬਾਅਦ ਆਸ ਨਹੀਂ ਕਰਦਾ, ਪਰ ਜੇ ਤੂੰ ਅੱਜ ਇਸ ਧਰਤੀ ਤੇ ਇਸ ਸਮੇਂ ਫੈਸਲਾ ਨਾ ਕੀਤਾ ਨਾ, ਫਿਰ ਨਾਮਦੇਵ ਜੀ ਕਹਿੰਦੇ ਰੱਬ ਮੇਰਾ ਤੇ ਕੁਝ ਨਹੀਂ ਘਟਣਾ, ਪਰ ਤੂੰ ਦੇਖ ਲਈ ਤੇਰੇ ਉੱਤੇ ਦਾਗ ਨਾ ਲੱਗ ਜਾਏ ਸੱਚੇ ਰੱਬਾ, ਫਿਰ ਲੋਕੀ ਰੱਬ ਦੀ ਬੰਦਗੀ ਤੋਂ ਵੀ ਡਰਨਗੇ। ਜੇ ਤੂੰ ਕੁਝ ਨਾ ਕੀਤਾ ਹੁਣ ਤੇ ਲੋਕੀ ਕਹਿਣਗੇ ਕਿ ਰੱਬ ਦੇ ਭਗਤ ਦਾ ਤੇ ਛੱਡੋ, ਰੱਬ ਹੀ ਕੁਝ ਨਹੀਂ ਸੁਣਦਾ। ਫਿਰ ਉਸ ਵੇਲੇ ਜਿਹੜੀ ਘਟਨਾ ਵਾਪਰੀ ਉਹ ਦੇਹਰਾ ਫਿਰਨ ਦੀ ਵਾਪਰੀ। ਇਸ ਤੋਂ ਅਲੱਗਾ ਭਗਤ ਜੀ ਦਿੱਲੀ ਦੀ ਧਰਤੀ ਤੇ ਹੋਰ ਜਿੱਥੇ ਕੱਲ੍ਹ ਵੀ ਜ਼ਿਕਰ ਕੀਤਾ, ਜਿੱਥੇ ਕਥਾ ਦੀ ਸਮਾਪਤੀ ਕੀਤੀ ਕਿ ਇਲਾਹਾਬਾਦ, ਤ੍ਰਿਬੈਣੀ, ਕਾਂਸ਼ੀ, ਬੜੇ ਸਾਰੇ ਇਲਾਕਿਆਂ ਦੇ ਵਿੱਚੋਂ ਹੁੰਦੇ ਫਿਰ ਅੰਤਮ 20 ਸਾਲ ਪੰਜਾਬ ਦੀ ਧਰਤੀ ਤੇ ਟਿਕੇ ਨੇ। ਆਓ ਅੱਜ ਨਿਰੋਲ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਨਿਰਗੁਣ ਭਗਤੀ ਦਾ ਜ਼ਿਕਰ ਜਿਹੜਾ ਭਗਤ ਨਾਮਦੇਵ ਜੀ ਨੇ ਕੀਤਾ ਹੈ, ਤੇ ਸਾਰੇ ਫੋਕਟ ਕਰਮ ਕਾਂਡਾਂ ਨੂੰ ਭੰਨ ਕੇ ਇੱਕ ਪਾਰਬ੍ਰਹਮ ਪਰਮੇਸ਼ਵਰ ਦੀ ਅਰਾਧਨਾ ਵੱਲ ਜੋੜਿਆ, ਤੇ ਨਾਲ ਨਾਲ ਜਿਹੜੀ ਥਾਵਾਂ ਤੇ ਜਾ ਕੇ ਉਪਦੇਸ਼ ਦ੍ਰਿੜ ਕਰਾਏ ਨੇ ਉਹਨਾਂ ਦਾ ਜ਼ਿਕਰ ਕਰੀਏ। ਆਪ ਬਖਸ਼ੋ ਅਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕ ਵਾਰੀ ਫਿਰ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਜਿਹੜਾ ਪਹਿਲਾ ਸ਼ਬਦ ਹੈ ਗੌੜੀ ਰਾਗ ਦਾ, ਉਹਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਕਿ ਜੇ ਰੱਬ ਦਾ ਨਾਮ ਪੱਥਰ ਉੱਤੇ ਵੀ ਲਿਖ ਦਿੱਤਾ ਜਾਏ ਨਾ, ਤੇ ਉਹ ਪੱਥਰ ਵੀ ਸੇਤੂ ਦਾ ਕੰਮ ਕਰਕੇ ਪਾਣੀ ਤੇ ਤਰ ਜਾਂਦੇ ਨੇ। ਤੇ ਤੇਰਾ ਮਨ ਵੀ ਪੱਥਰ ਰੂਪੀ ਹੈ, ਤੇ ਇਹ ਨਾ ਆਖੀ ਕਿ ਮਨ ਮੈਲਾ ਹੈ, ਮਨ ਪਾਪੀ ਹੈ, ਮਨ ਆਲਸੀਆ ਉਗਲਾਨਾ ਹੈ, ਮਨ ਵਿਕਾਰੀ ਹੈ,
मन बदफैली करदा है। सच तो यह है कि जे मन उत्ते भी प्रभु का नाम लिखिया जाए तो ये मन ही पत्थर की तरह, जिस तरह सेतु बन के पत्थर पुल बन गया तो श्री रामचंद्र जी पार कर गए उन्हों के नाल। कहते सच तो यह है कि इस मन पत्थर उत्ते भी जे रब का नाम लिखिया जाए तो ये भी तेरी आत्मा नू सेतु बना के पार लंघा देगी। बड़ा कमाल का बचन किया, देवा पाहन तारी अले। देवा का मतलब कोई देवता नहीं, देव का मतलब बहुत बड़ा पार ब्रह्म परमेश्वर की नाम की बरकत शक्ति जिहड़ी किरपा करने वाली है। उस पार ब्रह्म की जे किरपा हो जाए तो पत्थर भी तर जाते हैं। ਇਹਦਾ मतलब भगत नामदेव जी कहते कुदरत रब नहीं है, रब की बनाई हुई निक्की जी शह कुदरत है। जे रब चाहे तो कुदरत का सुभाव ही बदल सकती है। अज यही बड़े प्रचार किए जा रहे हैं कि एक नास्तिक पुणे विचों कि शायद कुदरत ही रब है। शायद नहीं, वो तो दावे नाल ही कहते हैं कि कुदरत ही रब है, कुदरत ये कुदरत रब है, रब होर कित्थे है। पर भगत नामदेव जी कहते कुदरत रब नहीं है, कुदरत रब दे विचों पैदा हुई है। दुई कुदरत साजी है जिन्हों गुरु नानक साहब कहते हैं। क्यों? क्योंकि रब का सुभाव कभी बदलता नहीं। रब का सुभाव सदा इको जिहा, आद सच जुगाद सच है भी सच, नानक होसी भी सच। तो जिहड़ा अपना सुभाव बदल जाए वो रब किस तरह हो जाए? कुदरत अपना सुभाव बदल सकती है जे रब की कृपा होए, रब की कला वरते। पत्थर कदी पानी च नहीं तरदे, पर जे रब की कला वरते तो रब भी पत्थर पानी च तार देंदे है, क्योंकि ये रब की कुदरत हुक्म है, कुदरत रब के हुक्म विच है। इस करके असी कहते हैं कि आ पत्थर रूपी दिल किवें तरेगा? आ मन पत्थर हो गया, जन्मां जन्मांतरां तो टुटिया पिया, ये किवें तरेगा? हाँ, जे रब चाहे तो ये पत्थर वर्गा मन भी तर सकता। बाणी च पढ़ते हैं, जेता समुंद सागर नीर भरिया, तेते अवगुण हमारे, दया करो किछ मेहर उपावो, डुबदे पत्थर तारे। कला ये उपदेश नामदेव नहीं, गुरु ग्रंथ साहब जी की बाणी भी ये दृढ़ करती है कि ये जीड़ा अगन बराबर तपै भीतर वगै काती, प्रणवत नानक हुक्म पछाणै, सुख होवै दिन राती। जे गुरु कृपा करे, वाहिगुरु कृपा करे, फिर देवा पाहन तारी अले, राम कहत जन कस ना तरे। रब का नाम लिया तू क्यों नहीं करेगा? तो ये उदाहरण दिते नाल सानू विश्वास दृढ़ कराउण लई। तारी ले गनिका बिन रूप कुबिजा, ब्याद अजामल तारी अले। एक तुक दे विच तीन उदाहरणां लईआं ने, जिहड़ी साडे देश दी इतिहासक कह लो तो मितिहासक कह लो जां पुराणिक कह लो। हुण कहंदे जी पुराणिक उदाहरण क्यों लई? भई जिस समय दे विच ਜਿਹੜੀਆਂ उदाहरणां लोकां दे विच प्रचलित सन, भगत नामदेव जी ने उही उदाहरणां लईआं ने। तारी ले गनिका, गनिका कौन सी? गनिका दे बाबत गुरु ग्रंथ साहब जी दे विच एक बारी नहीं बहुत बारी जिक्र आया, और गुरु तेग बहादुर साहब जी ने भी गनिका का जिक्र किया, और एक बारी नहीं बहुत बारी गुरु साहब गुरु नानक साहब ने गुरु अर्जुन साहब जी ने किया। क्यों किया? कि समझाउण वास्ते कि भाई गुरदास जी कहते ना, गनका जिहड़ी पापी पापण सी, कहते गनका जिहड़ी पापण सी उहनूं जगत जाणदा सी, निमख दे विच उहदा उधार कीता। गनका पापण होए के पापां दा गल हार परोता, महापुरख अचान चक गणका वाले आए खलोता। कि गणका दा बूआ खड़काया, भाई गुरदास जी कहते अगों गणका ने बूआ खोलिया तो हैरान हो गई कि मैं तो वेशवा हैगी हाँ, तो ये मेरे दर ते ये कौन आ गया, ये साधु कौन आ गया? तो अगों पहली बार होया कि उन्हें गणका नूं आके बेटी आख्या, किसी ने पुत्री आख्या, धी आख्या। महापुरख अचानचक गणका वाड़े आए खलोता। तो गणका कहती कि पुत्री कहण वाला कौन आ गया? मैं तो तन का वपार करदी हाँ, मैं तो पाप करदी हाँ। तो वह कहता मैनू सिर्फ कुछ समा रह लैण दे, हनेरी तूफान भरी रात है, मीह वरसदा है, मैं जिन्ना चिर तक तूफान रुकदा मैं चला जावांगा अगे। वो कहती कोई नहीं बाबा। जब बाबा उहदे घर रुकिया, वो बंदगी करने वाला साधु, उन्हें कहा कि गणका तू रब का नाम लैंदी है? अगों वो कहती मैं कित्थों रब का नाम लवां, मेरा तो काम ही पाप वाला है। तो वो कहती चल तू रब का नाम लिया कर। गणका कहती मैं नहीं लै सकती, मैनूं तो रब चेते ही नहीं रहिंदा। फिर उस महापुरख ने की कीता, हथों उसनों दित्तो स्तोता, उन्होंने तोता देता। कहते एक काम कर,
ये मैं तेनू तोता दे के जा रहा, बस एक बारी तू इनू राम बोल दी, फिर इन्हें सारा दिन तेनू राम राम जपाई जाना है। हुण उस तोते ने गणका नू पार उतारा कर दिता। वो तोते दे बहाने वो उन्नू बोलदी ते तोता उन्नू जपाउंदा रहिंदा। दोनों रल रल के रब दे विच समा गए। कल्ला गणका नहीं, तोता भी समा गया रब दा नाम लै लै के। इस करके तारी ले गणका भगत नामदेव जी कहंदे, जिहड़ी कहंदी सी मैं ते पापां दी भरी होई हां, मैनू कौन तारेगा, रब उन्नू भी तार दिता। कि पत्थर वर्गे जे तर सकदे, गणका क्यों नहीं तरेगी। बिन रूप कुबिजा, कुबिजा जिहदा कुब निकलिया होया सी ते कृष्ण जी दे अंगूठे दे स्पर्श दे नाल ये मिथिहासक साखी है, उहदा कुब निकल गया। ब्याद अजामल तारीअले, अजामल तुरिया सी ना अपने आप नू मारन वास्ते, कहंदे मैं मर जाना, मैं बड़ा पापी हाँ, बड़ा वड्डा ब्राह्मण सी, बड़ी विद्या उन्हें हासिल की सी, पर उन्हें पाप की कीता कि उन्हें वैश्वा दे नाल विआह करा लिया ते उन्होंने बड़ा पछतावा होया ते अपने आप नू मारन वास्ते नदी च छाल मारन तुरिया। छाल मारन लगदा ते एकदम उहदा उस्ताद उन्होंने पछाण के उन्होंने कहंदा की कर रहे हैं, कहंदे मैं बड़ा परेशान हाँ, मैं पाप कीता है ते मैं खत्म करन लग्या। कहंदे नहीं, ये जिंदगी रब दी दात हुंदी है, ये मुड़ के बार बार नहीं मिलनी, एक कदम ना चक, एक काम कर, तेरे घर च जिहड़ी औलाद पैदा होएगी उहदा नाम मेरे तो रखवा ली। कहंदे बाबा तू कौन, अजामल पुछदा ते वो कहंदा तू मैनू पछाणिया नहीं, कहंदे नहीं, कहंदे तैनू वेदां दी विद्या देण वाला मैं ही हाँ, अज बहुता सालां बाद मैं तैनू पछाण लिया। उहदे पैरां 'च पै जांदा है, उहदे घर पुत्तर दा जन्म हुंदा है अजामल दा, अपने ही उस्ताद तो नाम रखवांदा, उहदा नाम कहंदा नारायण रख दे। हुण बस उस पुत्तर दे बहाने अजामल, क्योंकि पुरबले कर्म प्रगट हो गए, एक दो वारी फिर बोलदे बोलदे अज होर कल होर नारायण बोलदियां बोलदियां उहदा मन पार ब्रह्म परमेश्वर तो टुटिया होया सी, फिर जुड़ गया। टूटी गांडन हार गोपाल सरब जियां आपे प्रतिपाल, टुटिया होया जोड़ दिता। भगत नामदेव जी दे बचन ने कि ये सब कुछ तारण वाला वाहिगुरू है। भगत नामदेव जी के जीवन को जद असी देखीए तो असी कहने कृष्ण जी दियाँ उदाहरणा लईयां, हाँ लईयां, उन्हों का पिछोकड़ सी बीठुल का। इत्थों तक असी एक शब्द पढ़ते हैं जिहदे विच उन्होंने सारा कुछ जिक्र किया। धन धन ओ राम बैन बेन बाजै, मधुर मधुर धुन अनहद गाजै, ये भगत नामदेव जी का बचन है। उहदे विच जिक्र किया धन धन बनखंड बृंदाबना, जह खेलै श्री नारायणा, धन धन मेघा रोमावली, धन धन कृष्ण ओडै कामली। ये जिक्र किया सारा कुछ श्री कृष्ण जी का उदाहरण लैके। फिर अगला जिक्र किया कि बेन बजाए गोधन तरै, गोधन चरै, नामे का स्वामी आनंद करै। हुण ये शब्द जे कला असी विचार लीए तो ये लगेगा कि वृंदावन का जिक्र किया है। धन धन बनखंड वृंदावना, जह खेला श्री नारायण, श्री कृष्ण जी वृंदावन विच पैदा होए, उत्थे खेडां खेडदे ने। धन धन मेघा रुमावली, धन धन कृष्ण ओडै कामली। हुण उत्थे जिक्र किया धन धन तू माता देवकी, जेह ग्रह रमैया कवलापति, कि देवकी दे घर जन्म होया, कृष्ण जी का प्रगट होए, कवलापति होए। पर जद इस शब्द नूं असी कल्ला विचारांगे तो श्री कृष्ण जी की आराधना तो भगत नामदेव जी का जीवन शुरू होया, इहदे विच कोई दो राह नहीं। इस गल नूं असी कबूल करिए। पर जद वो विशोभा खेचर जी कोल गए ने, फिर वो इष्ट पूजा तो हट के रब की बंदगी विच आ गए। श्री कृष्ण जी का दे बाबत जिहड़ा दूसरा शब्द उचारिया भगत नामदेव जी ने, जे उहदी विचार करोगे फिर कहेंगे कि श्री कृष्ण एक नहीं, श्री कृष्ण जी वर्गे रब किन्ने ही बना सकते हैं। तो मैं उस उहदे बाबत उन्होंने कृष्ण कह रहा जिहदी ये सारी बनाई हुई सृष्टि ये गवालना ने। तुसी पहलो पढ़ो कि पहल पुरिए पुंडरक बना, ताचे हंसा सगले जना। हुण कृष्णा ते जानो हर हर नाचंती नाचना। हुण ये श्री कृष्ण नहीं है। भगत नामदेव जी कहते नाम मैं कृष्ण वरत रहा, पर कृष्णा ते जानो हर हर नाचंती नाचना। ये कृष्ण कौन है? ये पार ब्रह्म परमेश्वर वाहिगुरू है। उन्होंने राम बोलो, उन्होंने कृष्ण बोलो, उन्होंने हर बोलो, हरि बोलो, उन्होंने गोपाल बोलो, उन्होंने नारायण बोलो, उन्होंने माधो बोलो, उन्होंने मधुसूदन बोलो, उन्होंने मुरारी बोलो, ते उन्होंने भावें परमात्मा वाहिगुरू बोलो। कृष्णा ते जानो हर हर नाचंती नाचना।
ਤੇ ਕਹਿੰਦੇ ਫਿਰ ਜੇ ਕ੍ਰਿਸ਼ਨ ਜੀ ਨੇ ਬਣਾਇਆ, ਕਹਿੰਦੇ ਨਹੀਂ, ਪਹਿਲ ਪੁਰਸ਼ਾ ਬਿਰਾ, ਪਹਿਲਾਂ ਕ੍ਰਿਸ਼ਨ ਜੀ ਨਹੀਂ ਆਏ, ਪਹਿਲਾਂ ਇੱਕ ਅਕਾਲ ਪੁਰਖ ਵਾਹਿਗੁਰੂ ਆਇਆ। ਇੱਥੋਂ ਸਾਰੀ ਗੱਲ ਨਿਬੇੜ ਦਿੱਤੀ। ਪਹਿਲ ਪੁਰਸ਼ਾ ਬਿਰਾ, ਕਹਿੰਦੇ ਕ੍ਰਿਸ਼ਨ ਜੀ ਨੂੰ ਬਣਾਉਣ ਵਾਲਾ ਵੀ ਪਾਰ ਬ੍ਰਹਮ ਪਰਮੇਸ਼ਰ ਆਇਆ। ਪਹਿਲ ਪੁਰਸ਼ਾ ਬਿਰਾ ਆਥੂਨ ਪੁਰਸ਼ਾ ਦਮਰਾ, ਉਸ ਤੋਂ ਬਾਅਦ ਰੱਬ ਨੇ ਪਸਾਰਾ ਕੀਤਾ। ਫਿਰ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮੈਂ ਸਾਗਰਾ, ਕਹਿੰਦੇ ਇਹ ਤੇ ਵਾਹਿਗੁਰੂ ਦਾ ਬਣਾਇਆ ਹੋਇਆ ਸਾਰਾ ਸੰਸਾਰ, ਕਹਿੰਦੇ ਕਿਵੇਂ ਨੱਚ ਰਿਹਾ? ਕਹਿੰਦੇ ਜਿਵੇਂ ਗਵਾਲਣਾ ਨੱਚਦੀਆਂ ਨਾ ਸ਼੍ਰੀ ਕ੍ਰਿਸ਼ਨ ਦੇ ਦੁਆਲੇ, ਇਵੇਂ ਰੱਬ ਦੇ ਹੁਕਮ 'ਚ ਇਹ ਸਾਰੀ ਲੋਕਾਈ, ਇਹ ਇਸਤਰੀ ਮਰਦ, ਇਹ ਪੁਰਖ ਤੇ ਨਾਰੀ, ਇਹ ਸਾਰੇ ਨੱਚ ਰਹੇ ਨੇ। ਇਹ ਉਹਨੇ ਬਣਾਇਆ। ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਫਿਰ ਇਹਦਾ ਜ਼ਿਕਰ ਅੱਗੇ ਕੀਤਾ ਕਿ ਪਿੰਧੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮਚੇ ਦੁਆਰਾ, ਕਹਿੰਦੇ ਕਿਵੇਂ ਨੱਚਦਾ ਪਿਆ ਬੰਦਾ, ਕਿਵੇਂ ਨੱਚਦਾ ਪਿਆ ਰੱਬ ਦੇ ਹੁਕਮ ਦੇ ਵਿੱਚ। ਕਹਿੰਦੇ ਜਿਵੇਂ ਖੂਹ ਤੋਂ ਪਾਣੀ ਭਰੋ ਤੇ ਟਿੰਡਾਂ ਦੇ ਵਿੱਚ ਪਾਣੀ ਨਹੀਂ ਨੱਚਦਾ, ਜਦ ਹਰਹੱਟ ਵਾਲੇ ਖੂਹ 'ਚੋਂ ਤੁਸੀਂ ਪਾਣੀ ਖਿੱਚਦੇ ਹੋ, ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਪਿਆ। ਤੇ ਸੱਚ ਇਹ ਹੈ ਕਿ ਇਹ ਰੱਬ ਦੀ ਬਣਾਈ ਹੋਈ ਕਾਇਨਾਤ ਦੇ ਵਿੱਚ ਬੰਦਾ ਹੀ ਦੁੱਖਾਂ ਸੁੱਖਾਂ 'ਚ ਨੱਚ ਰਿਹਾ। ਬੰਦੇ ਦੇ ਵੱਸ ਕੁਛ ਨਹੀਂ ਹੈ। ਇੱਥੇ ਰੱਬ ਨੇ ਕਿੰਨਾ ਕੁਛ ਬਣਾਇਆ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬ੍ਰਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇੱਥੇ ਦੇ ਬੜੇ ਹੋਏ। ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਸ ਕਰਕੇ ਇੱਕ ਸ਼ਬਦ ਜਿਹੜਾ ਹੋਰ ਲੈ ਲਈਏ, ਜਿਹਦੇ ਵਿੱਚ ਭਗਤ ਨਾਮਦੇਵ ਜੀ ਦੇ ਸਾਹਮਣੇ ਕੋਈ ਸੂਫੀ ਫਕੀਰ ਹੋਏਗਾ, ਉਹ ਕਹਿੰਦਾ ਜੀ ਖੁਦਾ, ਤੇ ਨਾਲ ਭਗਤ ਨਾਮਦੇਵ ਜੀ ਕੋਲ ਕੋਈ ਕ੍ਰਿਸ਼ਨ ਹਿੰਦੂ ਸਨਾਤਨ ਪੁਜਾਰੀ ਵੀ ਹੋਏਗਾ, ਉਹ ਕਹਿੰਦਾ ਨਹੀਂ ਜੀ ਕ੍ਰਿਸ਼ਨ ਜੀ। ਪਰ ਭਗਤ ਨਾਮਦੇਵ ਜੀ ਨੇ ਦੋਨੋਂ ਗੱਲਾਂ ਸਪਸ਼ਟ ਕਰ ਦਿੱਤੀਆਂ, ਜਿਹਨੂੰ ਭਗਤ ਕਬੀਰ ਜੀ ਨੇ ਵੀ ਸਪਸ਼ਟ ਕੀਤਾ ਕਿ ਜੇ ਰੱਬ ਕੱਲਾ ਪੱਛਮ ਵਾਲੇ ਪਾਸੇ ਵਸਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੱਛਮ ਵਿੱਚ ਅੱਲਾ ਦਾ ਮੁਕਾਮਾ ਹੈ, ਤੇ ਫਿਰ ਕਬੀਰ ਸਾਹਿਬ ਕਹਿੰਦੇ ਮੈਨੂੰ ਹੋਰ ਦੱਸੋ, ਅਵਰ ਮੁਲਕ ਕਿਸ ਕੇਰਾ। ਜੇ ਰੱਬ ਕੱਲਾ ਪੱਛਮ ਵੱਲ ਵਸਦਾ ਹੈ, ਖੁਦਾ ਅੱਲਾ ਪੱਛਮ ਵੱਲ ਵਸਦਾ ਹੈ, ਤੇ ਉੱਤਰ ਪੂਰਬ ਤੇ ਦਕਸ਼ਣ ਨੂੰ ਕਿਹੜਾ ਰੱਬ ਸੰਭਾਲ ਰਿਹਾ ਹੈ? ਸਿੱਧੀ ਜੀ ਗੱਲ, ਬੜੀ ਲੌਜੀਕਲ ਗੱਲ ਕੀਤੀ। ਹੁਣ ਮੁਸਲਮਾਨ ਕਹਿੰਦੇ ਪੱਛਮ ਵੱਲ ਜਿਹੜਾ ਰੱਬ ਹੈ, ਤੇ ਹਿੰਦੂ ਲੋਕ ਕਹਿੰਦੇ ਜਗਨਨਾਥਪੁਰੀ ਵੱਲ। ਹੁਣ ਭਗਤ ਨਾਮਦੇਵ ਜੀ ਨੇ, ਕੋਈ ਕਹਿੰਦਾ ਨਹੀਂ ਜੀ ਬ੍ਰਿੰਦਾਵਨ ਵੱਲ, ਕੋਈ ਕਹਿੰਦਾ ਉਸ ਵੱਲ। ਭਗਤ ਨਾਮਦੇਵ ਜੀ ਨੇ ਇਹਦੇ ਵਿੱਚ ਦੋਨੋਂ ਗੱਲਾਂ ਸਪਸ਼ਟ ਕਰ ਦਿੱਤੀਆਂ। ਹੱਲੇ ਯਾਰਾਂ, ਹੱਲੇ ਯਾਰਾਂ ਖੁਸ਼ਖਬਰੀ। ਯਾਰਾਂ ਲਫ਼ਜ਼ ਨਹੀਂ ਹੈ, ਯਾਰਾਂ ਬਿੰਦੀ ਨਾਲ ਹੈ। ਹੱਲੇ ਯਾਰਾਂ ਖੁਸ਼ਖਬਰੀ, ਕਹਿੰਦੇ ਉੱਥੇ ਜ਼ਿਕਰ ਕੀਤਾ। ਕਹਿੰਦੇ ਉਸ ਸ਼ਬਦ ਦੇ ਵਿੱਚ ਇਹ ਸਾਰਾ ਸਪਸ਼ਟ ਕਰ ਦਿੱਤਾ, ਦਵਾਰਕਾ ਨਗਰੀ 'ਚ ਵੀ ਇਕੱਲਾ ਰੱਬ ਨਹੀਂ ਹੈ, ਤੇ ਕਿੱਥੇ ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚੀਨੀ ਪਾਤਸ਼ਾਹ ਸਾਵਲੇ ਬਰਨਾ। ਇਹ ਜ਼ਿਕਰ ਕੀਤਾ। ਕਹਿੰਦੇ ਕਿਹੜੀ ਜਗ੍ਹਾ? ਨੀਕੀ ਤੇਰੀ ਬੀਗਾਰੀ ਆਲੇ ਤੇਰਾ ਨਾਉ, ਕੁਜਾ ਆਮਦ ਕੁਜਾ ਰਫਤੀ ਕੁਜਾ ਮੈਂ ਰਵੀ। ਇਹ ਲਫ਼ਜ਼ ਸਾਰੇ ਫਾਰਸੀ ਅਰਬੀ ਦੇ ਵਰਤੇ ਹੈ। ਜੇ ਰੱਬ ਇੱਕ ਥਾਂ ਤੇ ਹੈ ਕਿ ਇਕੱਲਾ, ਜੇ ਦੇਵਕੀ ਜੀ ਦੇ ਘਰ ਜਨਮ ਹੋਏ ਤੇ ਬ੍ਰਿੰਦਾਵਨ ਦੇ ਵਿੱਚ ਰਹੇ, ਕਹਿੰਦੇ ਫਿਰ ਰੱਬ ਤੇ ਉਹ ਹੈ ਜਿਹਦਾ ਨਾ ਥਾਂ ਕੋਈ ਦੱਸਿਆ ਜਾ ਸਕਦਾ, ਨਾ ਰੱਬ ਦੱਸਿਆ ਜਾ ਸਕਦਾ ਕਿੱਥੋਂ ਆਇਆ ਤੇ ਕਿੱਥੇ ਜਾਏਗਾ। ਉਹ ਕਾਹਦਾ ਰੱਬ ਹੋਇਆ ਜਿਹਦੇ ਬਾਰੇ ਤੁਸੀਂ ਦੱਸ ਸਕੋ? ਰੱਬ ਤੇ ਇਸ ਤਰ੍ਹਾਂ ਬਹੁਤ ਕੁਝ ਬਣਾ ਸਕਦੇ ਨੇ। ਕੁਜਾ ਆਮਦ, ਕਿੱਥੋਂ ਆਇਆ ਰੱਬ? ਕਹਿੰਦੇ ਇਕੱਲੇ ਪੱਛਮ ਵਾਲੀ ਹੈ। ਕੁਜਾ ਰਫਤੀ ਕੁਜਾ ਮੈਂ ਰਵੀ, ਕਿੱਥੇ ਜਾਂਦਾ ਤੇ ਕਿੱਥੇ ਰਹਿੰਦਾ? ਕਹਿੰਦੇ ਨਹੀਂ, ਕਹਿੰਦੇ ਦਵਾਰਕਾ ਨਗਰੀ ਰਾਸ ਬਗੋਈ। ਕਹਿੰਦਾ ਕੱਲਾ ਉਹ ਦਵਾਰਕਾ ਨਗਰੀ 'ਚ ਨਹੀਂ, ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਰਾਸਾਂ ਪਾ ਰਿਹਾ। ਉਹ ਸਭ ਦੇ ਵਿੱਚ ਹੈ, ਉਹ ਸਾਰਿਆਂ ਦੇ ਵਿੱਚ ਮੌਜੂਦ ਹੈ। ਨਾ ਉਹ ਮੁਗਲਾਂ ਦੇ ਸਥਾਨ 'ਤੇ ਹੈ, ਸਿੱਧੀ ਜੀ ਗੱਲ ਕੀਤੀ, ਤੇ ਨਾ ਉਹ ਇੱਕ ਥਾਂ 'ਤੇ ਹੈ। ਉਹ ਤੇ ਈਬਹਿ ਬੀਠੁਲ ਉਬਹਿ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਉਹ ਤੇ ਸਭ ਥਾਂ 'ਤੇ ਮੌਜੂਦ ਹੈ, ਉਹ ਇੱਕ ਥਾਂ 'ਤੇ ਮੌਜੂਦ ਥੋੜ੍ਹੀ ਹੈ। ਉਹ ਸਭ ਦੇ ਅੰਦਰ ਵਸ ਰਿਹਾ। ਇਸ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਸਾਰੇ ਜਪੋ ਸਭੈ ਘਟ ਰਾਮ ਬੋਲੇ। ਰਮਿਆ ਹੋਇਆ ਵਾਹਿਗੁਰੂ, ਰਾਮ ਘਟ ਕਹਿੰਦੇ ਹਿਰਦਾ। ਰੱਬ ਕਿੱਥੇ ਇੱਕ ਥਾਂ, ਨਾ ਦਵਾਰਕਾ ਨਗਰੀ ਵਸ ਰਿਹਾ, ਨਾ ਉਹ ਕੋਈ ਹੋਰ ਥਾਂ 'ਤੇ ਵਸ ਰਿਹਾ, ਮਗੋਲ ਦੇਸ਼ ਵਸ ਰਿਹਾ। ਕਹਿੰਦੇ ਉਹ ਤੇ ਸਭ ਦੇ ਹਿਰਦਿਆਂ 'ਚ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਬੋਲਦਾ ਰੱਬ ਤੋਂ ਬਿਨਾ? ਮੇਰੇ ਅੰਦਰ ਵੀ ਨਾਮਦੇਵ ਕਹਿੰਦੇ ਉਹ ਬੋਲ ਰਿਹਾ, ਤੇ ਤੁਹਾਡੇ ਅੰਦਰ ਵੀ ਉਹ ਬੋਲ ਰਿਹਾ।
एकल माटी कुंजर चीटी। ਇੱਕੋ ਹੀ ਮਿੱਟੀ ਤੋਂ ਰੱਬ ਨੇ ਹਾਥੀ ਤੋਂ ਲੈ ਕੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਾ ਕੁਝ ਬਣਾਤਾ। ਇਹ ਸਭ ਉਸ ਰੱਬ ਦਾ ਬਣਾਇਆ ਹੋਇਆ। ਕਹਿੰਦੇ ਕੋਈ ਹੋਰ ਨਹੀਂ ਬਣਾ ਸਕਦਾ, ਇਹ ਉਹ ਰੱਬ ਹੀ ਬਣਾ ਸਕਦਾ। ਇਹ ਕਿਸੇ ਇੱਕ ਇਸ਼ਟ ਵੱਲ ਜਾਂ ਇੱਕ ਥਾਂ 'ਤੇ ਵਸਣ ਵਾਲੇ ਕਿਸੇ ਵੱਲ ਇਸ਼ਾਰਾ ਨਹੀਂ, ਇਹ ਰੱਬ ਦੇ ਵੱਲ ਕਿ ਕੀੜੀ ਤੋਂ ਲੈ ਕੇ ਹਾਥੀ ਤੱਕ ਇਕੱਲੇ ਮਨੁੱਖਾਂ ਦਾ ਜ਼ਿਕਰ ਨਹੀਂ ਕੀਤਾ, ਸਭ ਦਾ ਕਰਤਾ। ਏਕਲ ਮਾਟੀ ਕੁੰਜਰ ਚੀਟੀ। ਕੁੰਜਰ ਕਹਿੰਦੇ ਹਾਥੀ ਨੂੰ, ਕੀੜੀ ਨੂੰ ਚੀਟੀ ਕਹਿੰਦੇ। ਭਾਜਨ ਹੈ ਬਹੁ ਨਾਨਾ ਰੇ। ਕਹਿੰਦੇ ਕਿੰਨੇ ਕੁ ਭਾਂਡੇ ਤੁਹਾਡੇ ਰਸੋਈ 'ਚ ਪਏ ਹੁੰਦੇ ਆ। ਗਲਾਸ ਕਿਹੋ ਜਿਹਾ ਹੁੰਦਾ, ਕਹਿੰਦੇ ਬਾਟਾ ਕਿਹੋ ਜਿਹਾ ਹੁੰਦਾ, ਡੂੰਗਾ ਕਿਹੋ ਜਿਹਾ, ਕੜਾਈ ਕਿਹੋ ਜਿਹੀ। ਪਰ ਜਦ ਇਕੱਠੇ ਰੱਖੇ ਜਾਣ ਤੇ ਭਾਂਡੇ ਹੀ ਹੁੰਦੇ ਨੇ ਨਾ। ਕਹਿੰਦੇ ਇਵੇਂ ਕਿਸੇ ਨੂੰ ਲੰਬਾ ਬਣਾਤਾ, ਕਿਸੇ ਨੂੰ ਛੋਟਾ ਬਣਾਤਾ, ਕੋਈ ਅੱਲਾ ਬੋਲਣ ਵਾਲਾ ਬਣਾਤਾ, ਕੋਈ ਰਾਮ ਬੋਲਣ ਵਾਲਾ ਬਣਾਤਾ, ਕੋਈ ਗੋਡ ਬੋਲਣ ਵਾਲਾ ਬਣਾਤਾ, ਕੋਈ ਯਿਸੂ ਵੱਲ ਤੁਰ ਪਿਆ, ਕੋਈ ਮੁਹੰਮਦ ਦੇ ਵਿੱਚ ਪਿੱਛੇ, ਕੋਈ ਵਾਹਿਗੁਰੂ ਬੋਲਣ ਵਾਲਾ। ਅਸਲ ਦੇ ਵਿੱਚ ਇੱਕੋ ਹੀ ਮਿੱਟੀ ਤੋਂ ਉਹਨੇ ਸਾਰੇ ਬਣਾਤੇ। ਏਕਲ ਮਾਟੀ ਕੁੰਜਰ ਚੀਟੀ। ਭਾਜਨ ਕਹਿੰਦੇ ਭਾਂਡੇ। ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ। ਅਸਥਾਵਰ ਤੇ ਜੰਗਮ ਦੋਨੋਂ, ਜੜ ਤੇ ਚੇਤਨ। ਜੜ ਵਸਤੂਆਂ ਉਹ ਨੇ ਜਿਹੜੀਆਂ ਹਿੱਲ ਨਹੀਂ ਸਕਦੀਆਂ। ਪਹਾੜ ਜੜ ਨੇ, ਰੁੱਖ ਜੜ ਨੇ। ਦੇਖੋ ਕਿੰਨੀ ਕੁ ਲੰਬੀ ਤੇ ਕਿੰਨੀ ਡੂੰਗੀ ਸੋਚ ਭਗਤ ਨਾਮਦੇਵ ਜੀ ਦੀ, ਕਿ ਕਿੰਨੀ ਕੁ ਸਾਇੰਸ ਉਹਨਾਂ ਨੇ 1270 ਤੋਂ, ਤੁਸੀਂ ਚਲੋ 1300 ਲਗਾ ਲਓ, ਤੁਸੀਂ ਸਿੱਧੀ ਕਿ ਇਹ 12ਵੀਂ ਸਦੀ 13ਵੀਂ ਸਦੀ ਦੇ ਵਿੱਚ ਭਗਤ ਨਾਮਦੇਵ ਜੀ ਕਿਵੇਂ ਸਾਇੰਸ ਦੀ ਗੱਲਾਂ ਕਰ ਰਹੇ ਨੇ। ਕਹਿੰਦੇ ਜੜ ਤੇ ਚੇਤਨ, ਜਿਹੜੀ ਜੜ, ਰੁੱਖ ਵੀ ਸਾਹ ਲੈ ਰਿਹਾ, ਕਹਿੰਦੇ ਰੁੱਖ ਵੀ ਰੱਬ ਦਾ ਬਣਾਇਆ ਹੋਇਆ। ਜੜ, ਪੱਥਰ ਵੀ ਜੜ ਨੇ ਜਿਹੜੇ ਹਿੱਲ ਨਹੀਂ ਸਕਦੇ ਇੱਕ ਥਾਂ ਤੇ ਫਿਰ ਦੂਸਰਾ ਜੰਗਮ, ਜਿਹੜੇ ਚੇਤਨ ਤੁਰਦੇ ਫਿਰਦੇ ਨੇ। ਕੀੜ ਮਕੌੜੇ ਸਾਰੇ ਪਾਣੀ ਦੇ ਅੰਦਰ ਰਹਿਣ ਵਾਲੇ ਜੀਵ ਔਰ ਤੁਰਨ ਫਿਰਨ ਵਾਲੇ ਜੀਵ। ਕਿੰਨਾ ਕੁਛ ਦੱਸ ਦਿੱਤਾ। ਇਸ ਕਰਕੇ ਬੜਾ ਕਮਾਲ ਦਾ ਇਹ ਮਜ਼ਮੂਨ ਹੈ ਭਗਤ ਨਾਮਦੇਵ ਜੀ ਦੀ ਬਾਣੀ ਦਾ। ਇੱਥੋਂ ਤੱਕ ਭਗਤ ਜੀ ਕਹਿੰਦੇ ਕਿਹੜੇ ਪਾਸੇ, ਦੇਖੋ ਹੁਣ ਭਗਤਾਂ ਦੀ ਬਾਣੀ ਵਿੱਚੋਂ ਤੁਸੀਂ ਦਰਸ਼ਨ ਕਰੋ, ਉਹ ਇਹੀ ਕਹਿੰਦੇ ਨਾ ਕਿ ਪ੍ਰਭੂ ਨੂੰ ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ, ਬਿਬਹਿ ਨਾ ਜਾਣਸ ਕੋਈ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋਈ। ਉਹ ਵਾਹਿਗੁਰੂ ਕਰਨ ਵਾਲਾ ਹੈ ਤੇ ਕਿੱਥੇ ਕਿੱਥੇ ਸੰਭਾਲਦਾ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਉਹ ਬੰਦਿਆ ਜਿੰਨਾ ਜਦ ਤੂੰ ਜਨਮ ਕੇ ਧਰਤੀ ਤੇ ਵੀ ਨਹੀਂ ਆਇਆ ਸੀ ਨਾ, ਰੱਬ ਤਾਂ ਤੋਂ ਤੇਰੀ ਮਾਂ ਦੇ ਉਦਰ ਵਿੱਚ ਪ੍ਰਤਪਾਲਨਾ ਕਰ ਰਿਹਾ। ਉਹ ਢਿੱਡ ਦੇ ਅੰਦਰ ਵੀ ਪ੍ਰਤਪਾਲਨਾ ਕਰਦਾ। ਉਹ ਰੱਬ ਨੂੰ ਮੈਂ ਚੇਤੇ ਕਰਦਾ। ਜਨਨੀ ਕੇਰੇ ਉਦਰ ਉਦਕ ਮੈਂ, ਉਦਰ ਢਿੱਡ ਦੇ ਅੰਦਰ, ਪਿੰਡ ਕੀਆ 10 ਦੁਆਰਾ। ਦੇਖ ਕਿਵੇਂ ਇੱਕ 10 ਦੁਆਰੇ ਦੇ ਸਰੀਰ ਦੇ ਅੰਦਰ ਹੋਰ 10 ਦੁਆਰੇ ਬਣਾਤੇ ਰੱਬ ਨੇ, ਕਿ ਮਾਂ ਦੇ ਗਰਭ ਦੇ ਵਿੱਚ ਇੱਕ ਹੋਰ ਮਨੁੱਖ ਬਣਾ ਦਿੱਤਾ, ਇੱਕ ਅੰਦਰੋਂ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ। ਅੰਦਰ ਗਰਭ ਦੇ ਔਰਤ ਤੇ ਮਰਦ ਪੈਦਾ ਕਰ ਦਿੱਤੇ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਮੈਂ ਉਹਨੂੰ ਚੇਤੇ ਕਰਦਾ ਜਿਹੜਾ ਅਗਨੀ ਦੇ ਅੰਦਰ ਵੀ ਆਹਾਰ ਦਿੰਦਾ। ਕੁੰਮੀ ਜਲ ਮਹਿ, ਕਹਿੰਦੇ ਕਿੰਨੇ ਕਮਾਲ ਦਾ ਗੱਲ ਕੀਤਾ। ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੇ। ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਟੋਟੋਟਾਈਸ, ਕਛੂਆ। ਨਾ ਕਛੂਏ ਦੇ ਖੰਭ ਹੁੰਦੇ ਨੇ ਤੇ ਨਾ ਕਛੂਏ ਦਾ ਸਰੀਰ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਜੋਗਾ ਹੁੰਦਾ। ਉਹ ਰੱਬ ਨੇ ਬਣਾਇਆ ਹੀ ਨਹੀਂ। ਕਹਿੰਦੇ ਇਕੱਲੇ ਇਸ ਧਰਤੀ ਤੇ ਇੱਕ ਤਰ੍ਹਾਂ ਦੇ ਜੀਵ ਨਹੀਂ, ਚਾਰੇ ਖਾਣੀਆਂ ਭਾਵ ਅੰਡਜ ਜੇਰਜ ਸੇਤਜ ਉਤਪੁਜ। ਮਨੁੱਖਾਂ ਤੇ ਕਈ ਜੀਵਾਂ ਨੂੰ ਇਹ ਪ੍ਰਬੰਧ ਬਣਾਇਆ ਹੋਇਆ ਕਿ ਜਿਹੜੀ ਮਾਦਾ ਹੁੰਦੀ ਹੈ, ਭਾਵੇਂ ਉਹ ਪਸ਼ੂ ਹੋਏ, ਭਾਵੇਂ ਉਹ ਪੰਛੀ ਹੋਏ ਤੇ ਭਾਵੇਂ ਔਰਤ ਹੋਏ, ਉਹ ਬੱਚਿਆਂ ਨੂੰ ਆਹਾਰ ਦੇ ਵੀ ਰੱਬ ਸਾਧਨ ਬਣਾਉਂਦਾ ਹੈ। ਪਰ ਇਸ ਧਰਤੀ ਤੇ ਇੰਨੇ ਸਾਰੇ ਐਸੇ ਜੀਵ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਹਾਰ ਵੀ ਨਹੀਂ ਦੇ ਸਕਦੇ। ਕਹਿੰਦੇ ਕੱਛੂ ਕੁੰਮੀ ਕਿਵੇਂ ਆਪਣੇ ਬੱਚਿਆਂ ਨੂੰ ਪਾਲਦੀ ਹੈ। ਨਾ ਉਹਦੇ ਕੋਲ ਖੰਭ ਹੁੰਦੇ ਨੇ, ਵਿੰਗਸ ਜਿਹਨੂੰ ਕਹਿੰਦੇ ਖੰਭ, ਕਿ ਉਹਨਾਂ ਅੰਡਿਆਂ ਨੂੰ ਉਹ ਸੰਭਾਲ ਕਰ ਲੇ। ਜਿਹੜੇ ਕੱਛੂ ਕੁੰਮੀ ਨੇ ਅੰਡੇ ਦਿੱਤੇ ਹੈ, ਸੇਕ ਕਰਕੇ ਉਹਨਾਂ ਨੂੰ ਬਚਾ ਕਰ ਲਏ। ਉਹਦੀ ਤੇ ਸਕਿਨ ਇੰਨੀ ਟਫਨ ਹੁੰਦੀ ਹੈ, ਸਖਤ ਹੁੰਦੀ ਹੈ, ਤੇ ਨਾ ਉਹਦਾ ਕੋਈ ਦੁੱਧ ਪਿਲਾਉਣ ਦਾ। ਕੁੰਮੀ ਜਲ ਮੈਂ ਤਨ ਤਿਸ ਬਾਹਰ। ਕਹਿੰਦੇ ਕੱਛੂ ਕੁੰਮੀ ਸਮੁੰਦਰ ਤੇ ਛੱਪੜ ਦੇ ਕੰਢੇ ਅੰਡੇ ਦੇ ਕੇ ਕਹਿੰਦੇ ਛੱਪੜ ਦੇ ਅੰਦਰ ਛਲਾਂਗ ਮਾਰ ਦਿੰਦੀ ਹੈ। ਪੰਖ ਖੀਰ ਤਿੰਨ ਨਾਹੇ, ਨਾ ਦੁੱਧ ਪਿਲਾ ਸਕਦੀ ਹੈ ਤੇ ਨਾ ਉਹ ਖੰਭਾਂ ਨਾਲ ਆਪਣੇ ਅੰਡਿਆਂ ਨੂੰ ਸਾਂਭ ਸਕਦੀ ਹੈ। ਕਹਿੰਦੇ ਉਹਨੂੰ ਕੌਣ ਸਾਂਭ ਰਿਹਾ? ਨਾਮਦੇਵ ਜੀ ਕਹਿੰਦੇ ਉਹਨੂੰ ਸਾਂਭ ਰਿਹਾ ਵਾਹਿਗੁਰੂ। ਉਹਨਾਂ ਅੰਡਿਆਂ ਨੂੰ ਵੀ ਸਾਂਭਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਹੈ। ਮੈਂ ਉਹਦੀ ਆਰਾਧਨਾ ਕਰਦਾ।
चलो एक शब्द होर भगत नामदेव जी का लेंदे आ। जिस वेले विशोभा खेचर कोलों उपदेश लैके वो तुरे ने ना, तो कम काज तो पहलां तो वो उचाड़ सन, कहते कदी पत्थर वजाउंदे, कदी ताली वजाउंदे, कदी एक तारा वजांदे, वजा वजा के वो गश खा के डिग जाते। तरलोचन जी उन्हां दे मित्र ने, उन्होंने भगत नामदेव जी की बंदगी ते शोभा बारे बड़े साल पहला सुनिया सी कि भगत नामदेव की बंदगी इस तरह की है कि रब नूं गांदे गांदे गश खा के डिग जाते हैं। हुण तरलोचन जी कहते चलो होर कुछ नहीं, मैथों तो रब रब जपिया नहीं जाता, मैं नामदेव जी को ही चलदा, उस बहाने वो जप रहे होणगे, वो गा रहे होणगे, तो मैं भी माड़ा मोटा गा के तर जांगा। संगत का असर ही हुंदा है। तरलोचन जी भगत नामदेव जी के घर गए तो बहुत समा, एक घड़ी बीती, 2 घड़ियां बीतियां, 3 घड़ियां बीतियां, तरलोचन जी वेखदे रहे ये हो की रहा। मैं तो सुनिया सी भगत नामदेव ते भजन गाउंदे सारा सारा दिन, ते गा के ना खाण दी उन्होंने सुरत होंदी है, ना पीण दी उन्होंने बुद्ध होंदी है। कहते बेहोश हो जाते गांदे गांदे, कहते फिर जब होश आती है फिर गाण लग जाते हैं। कहते नामदेव जी मैं तो ये सुन के आया सी कि तुहाडी सुरत विच प्रभु का सिमरन सदा चलता है, पर मैनू तो बड़ी हैरानी हुई, इन्नी घड़ियां मैनू हो गई सवेर तो मैं आके बैठा। कहते तुसीं ते एक बारी कोई उहदा भजन नहीं गाया, कोई रब का नाम नहीं लिया। तो जिक्र है बाणी विच कि नामा माया मोहिया कह तरलोचन मीत। भगत नामदेव जी के मित्र ने तरलोचन जी, वो कहते नामदेव जी तुसीं करी की जाते हो, कदी छाड़ सीते जाते हो, क्योंकि काम उन्हां दा कपड़ियां दा छाड़ गलाफ नूं सीउण दा सी, कदी सीते हुए गलाफां उत्ते छापे लगाते हो, उन्होंने ललारी का काम भी है उन्हां दा, कदी उन्होंने भिउंदे हो, कदी सुकाउंदे हो, कदी सुको के फिर उन्होंने सूई दे धागे दे नाल सींदे हो। कहते ना भजन, ना बंदगी, ना पत्थरां दा वजाना, ना ताल ताली वजा के रब रब करना, ना कोई चौकड़ा मारना, कदी उधर तुरे हो, कदी इधर तुरे हो, कदी सूई दे विच धागा पा रहे हो, कदी गलाफां नूं सी रहे हो, कदी फिर छाप लगा रहे हो। कहते तुसीं ते रब दे बंदे बंदगी की करते, बंदे रब दे किथे, तुसीं ते मायाधारी हो गए हो। जो लोकी आम इंसान काम कर रहा तुसीं वो काम करी जा रहे हो, रब की बंदगी किथे गई। मैं थोड़ी देखण वास्ते आया, मैं तो सारे जगत विच जाके जिथे मर्जी देख ला, लोकी काम काज करी जा रहे हैं, अपनी किरत दे विच मशरूफ ने, रब का चेता नहीं करते। मैनू की लोड़ पई सी तुहाडे कोल आउण दी, मैं तो तां आया कि तुसीं रब का भजन गाउंदे हो बह के। भगत नामदेव जी कहंदे गाउंदे आ, पर जिस वेले तू आया वो वेला मेरा किरत दा, जां तू आ सवेर अमृत वेले भलके वेले, ते जां तू संध्या तक मेरे नाल उड़ीक कर। कहंदे मैं तो सुनिया सारा दिन, कहंदे पहला मैं सारा दिन रब की बंदगी करदा सी, पर मैनू ये पता लग्या मेरे गुरु विशोभा खेचर तो कि सारा दिन रब की बंदगी रब नूं खुश नहीं कर सकदा। रब तां खुश हुंदा है कि हत्थों किरत करदियां होइयां रब दा सिमरन करो, ते किरत करके 4 पैसिਆਂ दे नाल सोहना अपना घर बार चलाओ, ते नाल उन्हां किरत कमाई विचों कोई बहुत बंदगी करन वाले जां लोड़वंद उन्हां नूं दान दिओ। कहंदे हैं, कहंदे इवें तरलोचन जी दे बाबत ये जिक्र है उचारिया, नामा माया मोहिया कह तरलोचन मीत। ये जेड़े बचन ने ना, ये तुसी पढ़ोगे, ये उचारण किए हुए ने भगत कबीर साहब जी दे। भगत कबीर जी जिक्र कर रहे हैं, गुरु ग्रंथ साहब जी की बाणी दे विच कला नामदेव जी की बाणी उचारण की हुई नामदेव जी के सिरलेख हेठ नहीं है। गुरु ग्रंथ साहब जी दे विच भगतां ते गुरु साहबाना ने भी बारंबार भगत नामदेव जी का जिक्र किया है। उन्हां दी बंदगी, उन्हां दी भगती, उन्हां दी इबादत नूं नमस्कार किया है। जिहड़ा जपदा है, अच्छा पहला जे ये देखिए कि किवें भगत तरलोचन जी कहंदे कि तुसी ते रब की बंदगी नहीं करते। नामा माया मोया कह तरलोचन मीत काहे छीपह छायलो। छीपह छायलो का मतलब गलाफां नूं सीपदे हो, छाड़ां दे उत्ते रंग रंग लाउंदे हो, ललारी बने हुए हो, ये काम है तुहाडा। कहंदे कदी रब की बंदगी भी की, ये काम किहड़े पै गए हो। काहे छीपै छायलो राम ना लावो चीत, रमे हुए प्रभु की बंदगी नहीं की। भगत तरलोचन कहंदे आ मैं तैनूं दसां रब की बंदगी कीती किवें हुंदी है। कहंदे सानूं ते अज तक यही समझाया गया, सारे काम काज छड्डो ते रब की बंदगी शुरू करो, सारे कारोबार छड्डो ते पहाड़ां दी कंदरां दे विच चले जाओ, उदासी हो जाओ, बिल्कुल सब कुछ छड्ड के उदासीन हो के जोगी बन जाओ, जंगम बन जाओ, तुसी भेख धारण कर लो, घर बार सब जिम्मेवारियां। कहंदे नहीं,
ਇਹ ਰੱਬ ਦੀ ਬੰਦਗੀ ਨਹੀਂ ਹੈ। ਰੱਬ ਦੀ ਬੰਦਗੀ ਇਹ ਹੈ, ਤੈਨੂੰ ਇਹ ਲੱਗਦਾ ਮੈਂ ਕੰਮ ਕਾਜ ਕਰ ਰਿਹਾ ਤੇ ਮਾਇਆ 'ਚ ਮੋਇਆ ਗਿਆ। ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛੀਪੈ ਛਾਇਲੋ ਰਾਮ ਨਾ ਲਾਵੋ ਚੀਤ। ਨਹੀਂ ਸੁਣ ਫਿਰ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰ, ਆਪਣੀ ਕਿਰਤ ਕਰ। ਕਹਿੰਦੇ ਤੇਰੇ ਘਰੋਂ ਦਲਿੱਦਰਤਾ ਤੇ ਗਰੀਬੀ ਦਾ ਨਾਸ਼ ਹੋਏ। ਇਹ ਨਾ ਹੋਏ ਕਿ ਤੂੰ ਰੱਬ ਦੀ ਬੰਦਗੀ ਕਰੇ ਤੇ ਮੰਗਦਾ ਫਿਰੇ ਲੋਕਾਂ ਤੋਂ ਜਾ ਕੇ, ਲੋਕਾਂ ਦੇ ਘਰਾਂ 'ਚ ਜਾ ਕੇ ਘਰ ਅੜਦਾ ਫਿਰੇ ਕਿ ਮੇਰੇ ਘਰ ਰੋਟੀ ਚੜ੍ਹ ਪਏ। ਨਹੀਂ, ਆਪਣਾ ਰੋਟੀ ਟੁੱਕ ਚੰਗਾ ਕਰ ਤੇ ਦੂਜਿਆਂ ਨੂੰ ਦਾਨ ਵੀ ਦੇ, ਭਲਾ ਵੀ ਕਰ। ਇਹ ਕੰਮ ਕਰਨ ਲਈ ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਦੇ ਨਾਲ ਕਿਰਤ ਕਰ ਦਸਾਂ ਨੋਆਂ ਦੀ, ਚੀਤ ਨਿਰੰਜਨ ਨਾਲ। ਕਹਿੰਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਕਰ। ਤ੍ਰਿਲੋਚਨ ਜੀ ਕਹਿੰਦੇ ਉਹ ਕਿਵੇਂ ਹੁੰਦੀ ਹੈ? ਉਹ ਹੋ ਸਕਦੀ ਹੈ ਕਦੀ? ਇਹ ਤੇ ਸੁਣਿਆ ਨਹੀਂ। ਕਹਿੰਦੇ ਤੁਸੀਂ ਕਿਵੇਂ ਕਰ ਲੈਂਦੇ ਹੋ, ਮੈਨੂੰ ਸਮਝਾਓ। ਫਿਰ ਭਗਤ ਨਾਮਦੇਵ ਜੀ ਤ੍ਰਿਲੋਚਨ ਜੀ ਨੂੰ ਖੁੱਲ੍ਹ ਕੇ ਸਮਝਾਉਂਦੇ ਨੇ। ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂਢੀ, ਆਕਾਸ਼ ਮੱਧੇ ਭਰਮੀ ਅਲੇ। ਭਗਤ ਨਾਮਦੇਵ ਜੀ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਹੁਣ ਇਹ ਸ਼ਬਦ ਜੇ ਅਸੀਂ ਆਪਣੇ ਜੀਵਨ 'ਚ ਵਿਚਾਰ ਲਈਏ ਨਾ, ਫਿਰ ਆਨਾ ਗੁਰਮੁਖ ਪਿਆਰੇ ਸਰਦਾਰ ਇੰਦਰਜੀਤ ਸਿੰਘ ਜੀ ਉਹਨਾਂ ਸਾਰਿਆਂ ਦਾ ਤੇਰਾ ਆਸਾ ਵੈਲਫੇਅਰ, ਇਸ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਦੇ ਕੀਤੇ ਹੋਏ ਇਹ ਸਮਾਗਮ ਸਫਲ ਹੋਣਗੇ। ਇਹ ਇੱਕੋ ਹੀ ਸ਼ਬਦ ਦੀ ਵਿਚਾਰ ਸਾਡੇ ਜੀਵਨ ਨੂੰ ਤਾਰ ਸਕਦੀ ਹੈ। ਕਹਿੰਦੇ ਕਿਵੇਂ? ਕਹਿੰਦੇ ਜਦ ਹੁਣ ਸਾਡੀ ਦਿੱਲੀ ਵਿੱਚ 15 ਅਗਸਤ ਨੂੰ ਪਤੰਗਾਂ ਉਡਾਈਆਂ ਜਾਂਦੀਆਂ ਨੇ ਤੇ ਜੂਨ ਜੁਲਾਈ ਦੇ ਮਹੀਨੇ ਤੋਂ ਗੁੱਡੀਆਂ ਪਤੰਗਾਂ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਅਸਮਾਨ 'ਤੇ। ਪੰਜਾਬ ਦੀ ਧਰਤੀ 'ਤੇ ਬਸੰਤ ਦੇ ਵੇਲੇ ਤੁਸੀਂ ਦੇਖੋ ਉੱਥੇ ਬਸੰਤ ਦੀ ਰੁੱਤ 'ਚ ਉਡਾਈ ਜਾਂਦੀ ਹੈ। ਉਹਨਾਂ ਨੇ ਉਹ ਉਦਾਹਰਣ ਲਏ ਨੇ ਜਿਹੜੇ ਉਦਾਹਰਣ ਆਮ ਚੱਲਦੇ ਨੇ ਉਸ ਵੇਲੇ। ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂਢੀ, ਬੱਚਾ ਕਾਗਜ਼ ਦੀ ਗੁੱਡੀ ਲੈਂਦਾ ਬਣਾਉਂਦਾ, ਫਿਰ ਉਹਨੂੰ ਡੋਰੀ ਨਾਲ ਜੋੜ ਕੇ ਬੰਨ੍ਹ ਕੇ ਆਕਾਸ਼ ਮੱਧੇ ਭਰਮੀ ਅਲੇ, ਫਿਰ ਉਹਨੂੰ ਉਡਾਉਂਦਾ ਜੁਗਤ ਦੇ ਨਾਲ। ਤੇ ਫਿਰ ਜਦ ਗੁੱਡੀ ਅਸਮਾਨ 'ਚ ਪਤੰਗ ਉੱਡ ਜਾਂਦੀ ਹੈ, ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਖੜਾ ਹੋ ਜਾਂਦਾ ਹੈ। ਪੰਜ ਜਨਾਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਆਪਣੇ ਪੰਜਾਂ ਮਿੱਤਰਾਂ ਦੇ ਨਾਲ ਗੱਲਾਂ ਵੀ ਕਰਦਾ, ਪਰ ਜਦ ਦੇਖਦਾ ਪਤੰਗ ਡਿੱਗਣ ਲੱਗੀ ਹੈ ਜਾਂ ਹਵਾ ਤੋਂ ਬਿਲਕੁਲ ਬਾਹਰ ਹੋ ਰਹੀ ਹੈ, ਉਹ ਫਿਰ ਤੁਨਕਾ ਮਾਰ ਦਿੰਦਾ। ਉਹ ਫਿਰ ਭਾਵੇਂ ਉਹ ਪੰਜਾਂ ਨੂੰ ਵੇਖ ਰਿਹਾ, ਪਰ ਉਹਦੀ ਸੁਰਤ ਕਹਿੰਦੇ ਸਿੱਧੀ ਪਤੰਗ ਵਿੱਚ। ਕਹਿੰਦੇ ਇਵੇਂ ਨਾਮਦੇਵ ਨਾਮ ਜਪ ਕਿ ਆਪਣੇ 5 ਵਿਕਾਰਾਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਵੀ ਸੰਪਰਕ ਰੱਖ, ਪਰ ਚੀਤ ਸੋ ਡੋਰੀ ਰਾਖੀ ਅਲੇ। ਰੱਬ ਦਾ ਸਿਮਰਨ ਵੀ ਕਰ। ਤੇ ਭਗਤ ਨਾਮਦੇਵ ਜੀ ਨੂੰ ਤ੍ਰਿਲੋਚਨ ਪੁੱਛਦੇ ਹੋਰ ਦੱਸੋ, ਹੋਰ ਕਿਵੇਂ? ਕਹਿੰਦੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਕਹਿੰਦੇ ਸੁਨਿਆਰਾ ਜਦ ਸੋਨਾ ਬਣਾ ਰਿਹਾ ਹੁੰਦਾ ਨਾ, ਸੋਨਾ ਬਣਾਉਂਦੇ ਬਣਾਉਂਦੇ ਜੇ ਉਹਦੇ ਗਾਹਕ ਦੇ ਵਿੱਚ ਇੱਕ ਛੱਡ ਕੇ 10 ਗਾਹਕ ਆ ਜਾਣ, ਉਹ ਆਪਣੇ ਸੋਨੇ ਬਣਾਉਂਦੇ ਦੀ ਸੱਟ ਕਦੀ ਤੇਜ਼ ਹੋਲੀ ਨਹੀਂ ਮਾਰਦਾ। ਉਹਨੂੰ ਸੋਨਾ ਬਣਾਉਣਾ ਭੁੱਲਦਾ ਨਹੀਂ ਹੈ। ਉਹ ਸੱਟਾਂ ਵੀ ਮਾਰੀ ਜਾਂਦਾ ਤੇ ਗਾਹਕ ਨੂੰ ਸੋਨਾ ਵੀ ਦਿਖਾਈ ਜਾਂਦਾ। ਇੱਥੋਂ ਤੱਕ ਜੇ ਉਹਦੀ ਦੁਕਾਨ 'ਚ 20 ਗਾਹਕ ਆ ਜਾਣ, ਕਿਸੇ ਨੂੰ ਠੰਡਾ ਪਿਲਾਉਣਾ ਹੈ, ਕਿਸੇ ਨੂੰ ਤੱਤਾ ਪਿਲਾਉਣਾ ਹੈ, ਕੋਈ ਗਾਹਕ ਮੁੰਦਰੀਆਂ ਮੰਗ ਰਿਹਾ, ਕੋਈ ਗਾਹਕ ਸੋਨੇ ਦੇ ਹਾਰ ਮੰਗ ਰਿਹਾ, ਕੋਈ ਗਾਹਕ ਕਹਿੰਦਾ ਜੀ ਮੈਨੂੰ ਕੰਨਾਂ 'ਚ ਪਾਉਣ ਵਾਲੇ, ਕੋਈ ਕਹਿੰਦਾ ਕੜੇ ਦਿਖਾਓ। ਉਹ ਸਾਰੇ ਗਾਹਕਾਂ ਨੂੰ ਦਿਖਾ ਰਿਹਾ, ਪਰ ਉਹਦੀ ਸੁਰਤ ਵਿੱਚ ਇਹ ਪਤਾ ਹੈ ਕਿ ਕਿੰਨੇ ਕੜੇ ਨੇ, ਕਿੰਨੀਆਂ ਮੁੰਦਰੀਆਂ ਨੇ, ਕਿੰਨੇ ਗਲੇ ਦੇ ਹਾਰ ਨੇ, ਕਿਹਨੂੰ ਮੈਂ ਕੀ ਦਿਖਾਇਆ ਤੇ ਕਿਸ ਤੋਂ ਮੈਂ ਕੀ ਵਾਪਸ ਲੈਣਾ। ਕਹਿੰਦੇ ਜਿੰਨਾ ਕੁ ਸੁਰਤ ਇੱਕ ਸੁਨਿਆਰੇ ਦੀ ਆਪਣੇ ਸੋਨੇ ਵਿੱਚ ਹੁੰਦੀ ਹੈ ਨਾ, ਕਹਿੰਦੇ ਇਸ ਤਰ੍ਹਾਂ ਕਿ ਮਨ ਰਾਮ ਨਾਮਾ ਬੇਦੀ ਅਲੇ, ਰੱਬ ਦਿਆ ਭਗਤ ਤੂੰ ਰੱਬ ਦੇ ਸਿਮਰਨ ਵਿੱਚ ਇਵੇਂ ਜੁੜ ਜਾ। ਤੂੰ ਆਪਣੇ ਪਰਿਵਾਰਾਂ ਦੇ ਨਾਲ, ਪੁੱਤਰਾਂ ਧੀਆਂ, ਆਪਣੀ ਮਾਂ, ਆਪਣੇ ਪਿਤਾ, ਆਪਣੇ ਰਿਸ਼ਤੇਦਾਰ, ਸਾਕ ਸੰਬੰਧੀ ਸਭ ਨਾਲ ਗੱਲਾਂ ਬਾਤਾਂ ਕਰ, ਪਰ ਕਨਕ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਪਰ ਤੇਰੇ ਅੰਦਰ ਰੱਬ ਦੇ ਨਾਮ ਦੇ ਸ਼ਬਦ ਦੀਆਂ ਸੱਟਾਂ ਵੱਜਦੀਆਂ ਰਹਿਣ। ਤੂੰ ਵਾਹਿਗੁਰੂ ਵਾਹਿਗੁਰੂ ਜਪਦਾ ਰਹਿ, ਤੂੰ ਰਮਿਆ ਹੋਇਆ ਰਾਮ ਰਮਈਆ ਜਪਦਾ ਰਹਿ। ਇਹ ਇਵੇਂ ਜਪ। ਫਿਰ ਭਗਤ ਤ੍ਰਿਲੋਚਨ ਜੀ ਪੁੱਛਦੇ ਅੱਛਾ ਇਵੇਂ ਵੀ ਜਪਿਆ ਜਾ ਸਕਦਾ? ਭਗਤ ਨਾਮਦੇਵ ਕਹਿੰਦੇ ਫਿਰ ਹੋਰ ਸੁਣ। ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਕਹਿੰਦੇ ਜਿਵੇਂ ਸਵਾਣੀਆਂ ਪੁਰਾਣੇ ਸਮੇਂ 'ਚ, ਹੁਣ ਤੇ ਸਾਡੇ ਘਰਾਂ 'ਚ ਪਾਣੀ ਆ ਗਏ ਨੇ, ਪਰ ਪਹਿਲੇ ਪਾਣੀ ਖੂਹ 'ਚੋਂ ਭਰਨ ਜਾਣਾ ਪੈਂਦਾ ਸੀ। ਪਿੰਡ ਦੇ ਬਾਰ-ਬਾਰ ਖੂਹ ਹੁੰਦੇ ਸੀ ਜਾਂ ਦੂਰ ਹੁੰਦੇ ਸੀ। ਇੱਕ ਨਹੀਂ ਕਈ ਗਾਗਰਾਂ ਘੜੇ ਭਰ ਕੇ ਤੇ ਸਵਾਣੀ ਸਿਰ ਦੇ ਉੱਤੇ ਰੱਖ ਕੇ ਲਿਆਉਂਦੀ ਸੀ। ਉਹਨੂੰ ਪਤਾ ਹੈ ਕਿ ਗਾਗਰ ਸਿਰ ਦੇ ਉੱਤੇ ਪਾਣੀ ਦੀ ਭਰੀ ਹੋਈ ਹੈ,
कुछ भी हो जाए पानी की एक भी बूंद नहीं गिरनी चाहिए, घर तक साबित पहुँचना चाहिए। पर जब वो पानी घड़े सिर के उत्ते गागर रख के कई 4-4 5-5 गागर रख के घर नूं वापस, अज भी तुसी राजस्थान की धरती ते जाओ, तुहानूं कई पिंडां विच जिथे पानी नहीं अज भी मौजूद, तुहानूं ये मिल जाएगा। कहते जिस तरह वो गागरां भर के पानी दी लिया रहियां हुंदियां ने, हस्त विनोद विचार करती है, कहते हसदियां ने, हासा ठाठा करदियां ने, सहेलियां रल रल के गल्लां बातां करदियां, मुंडियां कदी इधर घुमाउंदी कदी इधर घुमाउंदी, कदी कुछ बोलदी कदी कुछ बोलदी, पर चीत सो गागर राखी ले अपने सिर दे उत्तों कदी गागर डिगण नहीं देंदी। उन्होंने फिक्र होंदी है पानी पहुँचना चाहिए। इवें साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप्त रहूं जैसे जल मैं कौला। इस रूप दे विच कि मुख की बात सगल स्यों करता, सारियां दे नाल गल्लां बातां भी कर तूं, पर चीत अपना जिहड़ा चित्त है ना कि अंदर मुख की बात सगल स्यों करता, कहते चीत प्रभु दे नाल अपना धर, उस वाहिगुरू दे नाल चेते कर। ये है बाहर सूत सगल स्यों मौला, अलिप्त रहूं जैसे जल मैं कौला। जिवें कमल का फुल चिक्कड़ विच है ना, चिक्कड़ जिन्ना मर्जी उच्चा आ जाए, कमल का फुल डुबदा नहीं, कमल का फुल होर उच्चा हो जाता है। जे चिक्कड़ नीवा हो जाए तो कमल का फुल होर नीवा, पर वो कदी भी चिक्कड़ उन्होंने डोब नहीं सकता। उहदे खंभ, उहदियां पंखड़ियां निर्लेप रहिंदियां ने। इस करके मुख की बात सगल स्यों धर करता, जी संग प्रभ अपना धरता, पर अपनी जिंद वाहिगुरू दे सिमरन च रख। इवें त्रिलोचन जी इवें जपो, मंदिर एक द्वार 10 जाकै, गऊ चरावन छाड़ियले, 5 कोस पर गऊ चरावत चीत सो बछड़ा राखियले। कहते बच्छा गां दा हुंदा ना, उन्होंने जिन्नी मर्जी दूर गां नूं लै जाओ, गां नूं भावें 10 मील दूर छड्ड आओ, पिछे जिथे बच्छा है बच्छे नूं भी 5 मील होर दूर छड्ड आओ, जिधर मर्जी छड्ड आओ। मंदिर एक इक्को घर होए, द्वार 10 जाकै, उहदे 10 दरवाजे होण, एक दरवाजे तो गऊ नूं लै जाओ तो 8वें 9वें दरवाजे तो बच्छे नूं लै जाओ। गऊ चरावत छाड़ियले, 5 कोस पर गऊ चरावत, 5 को दूर भी होएगी ना गां, चीत सो बछड़ा राखियले, वो अपने बच्चे नूं लाभी लेगी। इस करके ये ग्रह भी ना, मंदिर एक द्वार 10 जाकै, ये 10 दरवाजे ने। 7 दरवाजे ते भगत नामदेव जी कहते उत्ते उत्ते ने, साडे मोढियां ते उत्ते उत्ते, ये 2 अखां, 2 नासका, 2 कन, 1 मूँह। कहते ये अंदर बड़े विकार आउंदे ने, पर इन्हां 10 दे विचों भी हर जियो गुफा अंदर राकै, वाजा पवन वजाया वजाया, वाजा पवन 9 द्वारे प्रगट किए, 10वां गुप्त रखाया। हुण 10वें तक किवें पहुँचना है, जतन कर। कहते इस रूप दे विच भगत नामदेव जी कहते जप, जिवें माँ नूं अपनी औलाद नूं चेते करन वास्ते कोई मस्कीन जी कहते सी छैणे ढोलकियां थोड़ी छड़काणियां पैंदियां कि जी वाजा चक्को मैं अपनी पुत्र धी नूं याद करना, भावें वो देशां विदेशां 'च बैठी होए। उहदी माँ दे अंदर चिंतन है। जे बच्चे ने कुछ नहीं भी खाधा होएगा तो माँ नूं पता होएगा कि अज बच्चे ने नहीं खाधा, भावें वो 100 मील दूर होए तो भावें 1000 मील दूर होए। कहते ये प्रीत इसलिए है, कहते ये प्रीत कली जम्मण तो बाद नहीं, जम्मण वेले भी तो जम्मण तो बिल्कुल जद नवा नरोया बच्चा जमदा तां भी। कहते कहत नामदेव सुनो त्रिलोचन, भगत त्रिलोचन आ गल सुनियो, बालक पालन पौड़ीअले। पुराने समय दे विच उच्चे उच्चे मंजे हुंदे सन, मैं तो वेखे ने, तुसीं भी वेखे होणगे, साडे बजुर्गां दे घर, वड्डियां दे घर, उस जिहड़ी मंजे दियां जे पाहे हुंदे सन ना, उन्हां नाल सवाणी चद्दर जां चुन्नी बन के पंघूड़ा बना दिंदी सी, ते उस पंघूड़े दे विच अपने बच्चे नूं पा दिंदी सी ते काम काज करदी सी ते माड़ा जिहा हिला दिंदी सी। बच्चा सुत्ता भी रहिंदा सी ते सवाणी जिहड़ी सी सारे काम काज करदी रहिंदी सी। पर यह जरूरी नहीं, भगत नामदेव जी कहंदे कि बच्चा रोएगा तो तां उहदी माँ उन्होंने दुध पिलाएगी, नहीं, उहदी प्रीत इवें है। कहत नामदेव सुनो त्रिलोचन, बालक पालन पौड़ीअले, अंतर बाहर काज विरोधी, चीत सो बालक राखीअले। इवें बंदगी करो, हत्थां पाँव दे नाल काम करी जाओ, ते सारा तुसी विद्या पढ़नी है पढ़ो, तुसी एंटरप्रेन्योर हो, तुसी कुछ भी कर रहे हो, बिजनेसमैन हो, कॉरपोरेट हो, भावें तुसी अपने कारोबार दुकान की कुर्सी ते बैठे हो तां जपो।
ਤੁਸੀਂ ਜੇ ਗੱਡੀ ਚਲਾ ਰਹੇ ਹੋ ਤਾਂ ਜਪੋ, ਤੁਸੀਂ ਕਿਰਤ ਵਿਹਾਰ ਕਰ ਰਹੇ ਹੋ ਅੰਦਰ ਰੱਬ ਦਾ ਨਾਮ ਜਪਦੇ ਰਹੋ। ਇਸ ਤਰ੍ਹਾਂ ਕਹਿੰਦੇ ਨਾਮਦੇਵ ਜੀ ਕਹਿੰਦੇ ਬੱਚਾ ਸੁੱਤਾ ਪਿਆ ਤੇ ਮਾਂ ਜਗਾ ਕੇ ਉਹਨੂੰ ਦੁੱਧ ਪਿਲਾਉਂਦੀ ਹੈ। ਤੇ ਨਾਮਦੇਵ ਜੀ ਨੂੰ ਤਰਲੋਚਨ ਪੁੱਛਦੇ ਨੇ, ਤਰਲੋਚਨ ਜੀ ਕਹਿੰਦੇ ਬੱਚਾ ਤੇ ਰੋਇਆ ਨਹੀਂ, ਮਾਂ ਨੇ ਫਿਰ ਜਗਾ ਕੇ ਕਿਉਂ ਪਿਲਾਇਆ? ਮਾਂ ਕਹਿੰਦੀ ਇਹ ਜ਼ਰੂਰੀ ਨਹੀਂ ਕਿ ਬੱਚਾ ਰੋਏਗਾ ਤੇ ਮੈਂ ਪਿਲਾਵਾਂਗੀ, ਇਹਦੀ ਭੁੱਖ ਦਾ ਸੰਬੰਧ, ਇਹਦੇ ਅੰਦਰ ਦਾ ਸੰਬੰਧ ਮੇਰੇ ਅੰਦਰ ਨਾਲ ਹੈ। ਇਹ ਸੁੱਤਿਆਂ ਹੋਇਆਂ ਵੀ ਜੇ ਇਹਨੂੰ ਭੁੱਖ ਲੱਗਦੀ ਹੈ ਤੇ ਤਾਂ ਵੀ ਮੇਰੇ ਅੰਦਰ ਰੱਬ ਦੱਸ ਦਿੰਦਾ ਇਹ ਭੁੱਖ ਹੈ। ਕਹਿੰਦੇ ਇਹ ਵੀ ਉਹੋ ਜਿਹੀ ਪ੍ਰੀਤ ਭਗਤ ਦੇ ਅੰਦਰ ਹੋਣੀ ਚਾਹੀਦੀ ਕਿ ਕੰਮ ਕਾਜ ਕਰਦਿਆਂ ਉਹਦੇ ਅੰਦਰ ਭੁੱਖ ਪੈਦਾ ਹੋਏ, ਮੈਂ ਰੱਬ ਦੀ ਬੰਦਗੀ ਦਾ ਨਾਗਾ ਨਾ ਪਾਵਾਂ। ਭਗਤ ਨਾਮਦੇਵ ਜੀ ਨੇ ਤਰਲੋਚਨ ਜੀ ਦੇ ਨਾਲ ਇਹ ਗੱਲਾਂ ਕੀਤੀਆਂ। ਭਗਤ ਨਾਮਦੇਵ ਜੀ ਨੇ ਹੁਣ ਤਰਲੋਚਨ ਦੇ ਸਾਰੇ ਸ਼ੰਕੇ ਦੂਰ ਕੀਤੇ। ਅੱਗੇ ਸਫ਼ਰ ਹੋਇਆ, ਤੁਹਾਨੂੰ ਪਤਾ ਗਿਆਨਦੇਵ ਜੀ ਵੀ ਨਾਲ ਨੇ, ਸਭ ਕੁਛ ਨੇ। ਨਾਗਨਾਥ ਦੇ ਮੰਦਰ ਗਏ। ਭਾਵੇਂ ਇਹ ਘਟਨਾ ਮੈਂ ਆਪ ਜੀ ਦੇ ਨਾਲ ਕੱਲ੍ਹ ਸਾਂਝੀ ਕਰਨੀ ਸੀ, ਪਰ ਅੱਜ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਕਿਉਂਕਿ ਇਸ ਘਟਨਾ ਦਾ ਸੰਬੰਧ ਰੱਬ ਦੀ ਬੰਦਗੀ ਤੇ ਰੱਬ ਦੀ ਕਿਰਪਾ ਦੇ ਨਾਲ ਹੈ। ਇਹ ਗੱਲ ਯਾਦ ਰੱਖਿਓ। ਭਗਤ ਨਾਮਦੇਵ ਜੀ ਕਹਿੰਦੇ ਜਿਹਦੇ ਉੱਤੇ ਰੱਬ ਦੀ ਕਿਰਪਾ ਹੋ ਜਾਏ ਜਾਂ ਜਿਹੜਾ ਰੱਬ ਦੀ ਬੰਦਗੀ ਕਰੇਗਾ ਨਾ, ਫਿਰ ਸੱਚੀ ਮੁੱਚੀ ਉਸ ਭਗਤ ਦੇ ਵਸ ਦੇ ਵਿੱਚ ਰੱਬ ਹੈ। ਤੁਸੀਂ ਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹੋ, ਨਾ ਤੂੰ ਆਵਹਿ ਵਸ ਬਹੁਤ ਘਿਣਾ ਬਣੇ। ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਰੱਬ ਨਹੀਂ ਵਸ ਆਉਂਦਾ। ਨਾ ਤੂੰ ਆਵਹਿ ਵਸ ਵੇਦ ਪੜਾਵਣੇ, ਭਾਵੇਂ ਜਿੰਨੇ ਮਰਜ਼ੀ ਪਾਠ ਪਠਨ ਪੜ੍ਹ ਲਓ, ਰੱਬ ਤਾਂ ਵੀ ਨਹੀਂ ਆਉਂਦਾ ਵਸ। ਨਾ ਤੂੰ ਆਵੈ ਵਸ ਬਹੁਤ ਘਿਣਾ ਬਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਤੀਰਥਾਂ ਦੇ ਨਾਲ ਵੀ ਰੱਬ ਵਸ ਨਹੀਂ ਆਉਂਦਾ। ਨਾ ਤੂੰ ਆਵੈ ਵਸ ਧਰਤੀ ਧਾਈਐ, ਧਰਤੀਆਂ ਨੂੰ ਭਾਵੇਂ ਤੁਸੀਂ ਰਟਨ ਕਰ ਲਓ ਤਾਂ ਵੀ ਰੱਬ ਨਹੀਂ ਵਸ ਆਉਂਦਾ। ਨਾ ਤੂੰ ਆਵਹਿ ਵਸ ਕਿਤੈ ਸਿਆਣਪੈ, ਜਿੰਨੀ ਮਰਜ਼ੀ ਸਿਆਣਪਾਂ ਕਰ ਲਓ। ਗੁਰੂ ਨਾਨਕ ਸਾਹਿਬ ਤੇ ਕਹਿੰਦੇ ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਤੇ ਅਗਲਾ ਜ਼ਿਕਰ ਕੀਤਾ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਕਿ ਅਸੀਂ ਦਾਨ ਦੇ ਦਈਏ ਤੇ ਰੱਬ ਵਸ ਆ ਜੇ। ਨਹੀਂ, ਰੱਬ ਕਿਹਦੇ ਵਸ ਆਉਂਦਾ ਹੈ? ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਜੇ ਰੱਬ ਕਿਸੇ ਦੇ ਵਸ ਦੇ ਵਿੱਚ ਹੈ, ਰਹਾਉ ਦੀ ਤੁਕ 'ਚ ਸੱਚੇ ਪਾਤਸ਼ਾਹ ਕਹਿੰਦੇ ਕਿ ਉਹ ਭਗਤਾਂ ਦੇ ਕੋਲ ਹੈ, ਭਗਤਾਂ ਦੀ ਕੀਤੀ ਹੋਈ। ਤੇ ਭਗਤ ਕਬੀਰ ਜੀ ਦੇ ਤੁਸੀਂ ਬਚਨ ਪੜ੍ਹੋ। ਭਗਤ ਕਬੀਰ ਜੀ ਤੇ ਇੱਥੋਂ ਤੱਕ ਕਹਿੰਦੇ ਕਿ ਮੇਰੇ ਨਾਲ ਧੱਕਾ ਹੋਇਆ। ਕਹਿੰਦੇ ਕਿਹੜਾ ਧੱਕਾ? ਭਗਤ ਕਬੀਰ ਜੀ ਕਹਿੰਦੇ ਮੈਨੂੰ ਜੰਜੀਰ ਬਣ ਕੇ ਤੇ ਪਾਣੀ ਵਿੱਚ ਹਾਥੀ ਅੱਗੇ ਸੁੱਟ ਦਿੱਤਾ ਗਿਆ, ਮੈਨੂੰ ਪੱਥਰ ਬਣ ਕੇ ਪਾਣੀ ਵਿੱਚ ਸੁੱਟ ਦਿੱਤਾ ਗਿਆ, ਪਰ ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਵੇ। ਇਹ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਨੇ ਕਿ ਕਿਆ ਅਪਰਾਧ ਸੰਤ ਹੈ ਕੀ ਨਾ, ਬਾਂਧ ਪੂਟ ਕੁੰਚਰ ਕੋ ਦੀਨਾ, ਹਾਥੀ ਅੱਗੇ ਮੈਨੂੰ ਸੁੱਟਤਾ। ਪਰ ਸੱਚ ਤੇ ਇਹ ਹੈ ਕਿ ਰੱਬ ਦੀ ਕਿਰਪਾ ਐਸੀ ਵਰਤੀ ਤੇ ਹਾਥੀ ਨੇ ਵੀ ਨਮਸਕਾਰ ਕੀਤੀਆਂ ਭਗਤ ਕਬੀਰ ਨੂੰ। ਇਹੀ ਕੁਛ ਹੋਇਆ ਭਗਤ ਨਾਮਦੇਵ ਜੀ ਦੇ ਨਾਲ। ਤੁਸੀਂ ਇਹ ਕੁਤੁਬਦੀਨ ਦਾ ਸਥਾਨ ਦੇਖਦੇ ਹੋ, ਇੱਥੇ ਹੀ 14ਵੀਂ 13ਵੀਂ 14ਵੀਂ ਸਦੀ ਦੇ ਵਿੱਚ ਭਗਤ ਨਾਮਦੇਵ ਜੀ ਆਏ ਦਿੱਲੀ ਦੀ ਧਰਤੀ ਤੇ। ਦਿੱਲੀ ਦਾ ਪੁਰਾਤਨ ਨਾਮ ਹੈ ਹਸਤਨਾਪੁਰ। ਹਸਤਨਾਪੁਰ ਹੀ ਦਿੱਲੀ ਨੂੰ ਕਿਹਾ ਜਾਂਦਾ ਸੀ। ਇਸ ਧਰਤੀ ਤੇ ਭਗਤ ਨਾਮ ਜੀ ਦੀ ਵੇਲੇ ਮੁਹੰਮਦ ਬਿਨ ਤੁਗਲਕ ਦਾ ਰਾਜ ਸੀ। ਤੁਗਲਕ ਦੇ ਰਾਜ ਦੇ ਵੇਲੇ ਜਦ ਭਗਤ ਨਾਮਦੇਵ ਜੀ ਹਸਤਨਾਪੁਰ ਦਿੱਲੀ ਇਸ ਧਰਤੀ ਤੇ ਆਏ ਨਾ, ਕਹਿੰਦੇ ਸਾਰੀ ਦਿੱਲੀ ਹਸਤਨਾਪੁਰ ਦੇ ਵਿੱਚ ਨਾ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਹੋਣ ਲੱਗ ਗਈ। ਇੰਨੀ ਭਗਤੀ, ਇੰਨੀ ਇਬਾਦਤ, ਇੰਨੀ ਸ਼ਾਂਤ ਸੁਭਾਅ। ਜਿਹੜਾ ਕੋਈ ਭਗਤ ਨਾਮਦੇਵ ਕੋਲ ਆਏ ਉਹ ਸੱਚੀ ਮੁੱਚੀ ਆਪਣੇ ਅੰਦਰ ਰੱਬ ਦੀ ਚਿਣਕ ਜਗਾ ਕੇ ਜਾਏ। ਸਾਰੇ ਪਾਸੇ ਸੱਚੀ ਮੁੱਚੀ ਇੰਨੀ ਜ਼ਿਆਦਾ ਜੈ ਜੈਕਾਰ ਹੋਈ, ਕਹਿੰਦੇ ਭਗਤ ਨਾਮਦੇਵ ਸਭ ਨੂੰ ਜਪਾ ਰਹੇ ਰੱਬ ਦਾ ਨਾਮ। ਹੁਣ ਮੁਹੰਮਦ ਬਿਨ ਤੁਗਲਕ ਨੂੰ ਪਤਾ ਲੱਗਿਆ, ਕਹਿੰਦੇ ਪਕੜ ਕੇ ਲਿਆਓ, ਇਹ ਕੌਣ ਹੈ, ਅਸੀਂ ਵੀ ਵੇਖੀਏ। ਕਹਿੰਦੇ ਜੇ ਇੰਨੀ ਕੁ ਇਹਦੀ ਚਲਦੀ ਹੈ ਇੱਥੇ, ਫਿਰ ਅਸੀਂ ਗਊ ਬਿਸਮਿਲ ਕਰਦੇ ਹਾਂ ਤੇ ਕਹੋ ਫਿਰ ਇਹਨੂੰ ਮਰੀ ਗਾਂ ਜਿੱਦਾਂ ਕਰਕੇ ਦਿਖਾਏ। ਬਾਕੀ ਸਾਰੀ ਗੱਲਾਂ ਕਿਉਂ? ਕਿਉਂਕਿ ਭਗਤ ਨਾਮਦੇਵ ਜੀ ਇਸ ਧਰਤੀ ਤੇ ਰਮੇ ਹੋਏ ਰਾਮ ਦੀ ਸਿਮਰਨ ਕਰਾ ਰਹੇ। ਤੇ ਉੱਥੇ ਮੁਹੰਮਦ ਬਿਨ ਤੁਗਲਕ ਨੂੰ ਲੱਗਿਆ ਇਹ ਸਨਾਤਨੀ ਨੇ ਤੇ ਰਾਜ ਮੁਗਲਾਂ ਦਾ ਹੈ, ਤੇ ਮੁਗਲਾਂ ਦੇ ਰਾਜ ਦੇ ਵਿੱਚ ਇਹ ਆਪਣਾ ਧਰਮ ਕਿਵੇਂ ਪ੍ਰਚਾਰ ਕਰ ਸਕਦੇ ਆ। ਹੁਣ ਗਊ ਇਹਨਾਂ ਦੇ ਲਈ ਬੜੀ ਪੂਜਨੀਕ ਹੈ, ਇਹ ਪੂਜਦੇ ਨੇ, ਪਰ ਇਹ ਨਹੀਂ ਪਤਾ ਭਗਤ ਨਾਮਦੇਵ ਜੀ ਕਹਿੰਦੇ ਨਾ ਮੈਂ ਮੁਸਲਮਾਨਾਂ ਦਾ ਤੇ ਨਾ ਮੈਂ ਹਿੰਦੂਆਂ ਦਾ। ਸਿੱਧੀ ਜੀ ਗੱਲ ਕੀਤੀ ਭਗਤ ਨਾਮਦੇਵ ਜੀ ਨੇ ਕਿ ਆਜ ਨਾ ਮੈਂ ਬੀਠੁਲ ਦੇਖਿਆ ਮੂਰਖ ਕੋ ਸਮਝਾਊ ਰੇ। ਪਹਿਲਾਂ ਇਹ ਸ਼ਬਦ ਸਮਝ ਲਿਓ ਕਿ ਨਾਮਦੇਵ ਨੇ ਕਿਹਾ ਨਾ ਮੈਂ ਮੁਸਲਮਾਨ ਹਾਂ ਤੇ ਨਾ ਮੈਂ ਹਿੰਦੂ ਹਾਂ। ਇਸ ਗੱਲ ਦਾ ਭੁਲੇਖਾ ਕੱਢ ਦਿਓ ਆਪਣੇ ਮਨ ਦੇ ਵਿੱਚੋਂ। ਆਜ ਨਾ ਮੈਂ ਬੀਠੁਲ ਦੇਖਿਆ ਮੂਰਖ ਕੋ ਸਮਝਾਊ ਰੇ। ਇੱਥੇ ਜ਼ਿਕਰ ਕੀਤਾ
कि पांडे तुमरी गायत्री लोदे का खेत खाती थी, लेके हुण ठेगा टंगरी तोरी, ये सुनियो हुण, लेके ठेगा टंगरी तोरी लांगत लांगत जाती थी। गायत्री मंत्र सब तो पवित्र मन्निया गया हिंदू धर्म दे विच। ओ दुनिया दे लोगो, ओ सनातनी धर्म वालिओ, हिंदू धर्म वालिओ, मैं तुहाडा सत्कार करदा, पर तुसी ते अपने गायत्री मंत्र दा सत्कार करो। तुसी कहंदे महामंत्र, मंत्रां विचों सब तो पवित्र मंत्र गायत्री मंत्र है, पर तुसी भी गायत्री मंत्र दे बाबत तुसी ओदियां इतिहासक कहानियां बना के मजाक बनाउंदे हो कि ओ गां दा रूप धारण करके वो लोधे जमींदार दे जट दे खेत विच वड़ गई सी ते ओ डंडा लैके पिछे भजिया। कहंदे एक पासे तुसी गायत्री नूं पवित्र मनदे हो, दूसरे पासे तुसी गायत्री दा मखौल बनाया होया। कहंदे बनाया की होया तुसी अपने धर्म दा? ये सीधी गल कीती। सानू भी, असी भी ये सोचीए, जे असी भी शंका करते हैं ना गुरु अगे, असी भी जे गुरु बाबत ऊच नीच कह देंगे हैं, भगत नामदेव जी सानू भी शब्द तो समझा रहे हैं। पांडे तुमरी गायत्री लोदे का खेत खाती थे, लेके ठेगा टंगरी तोरी लागत लागत जाती थी। माद पांडे तुमरा मादेहो धौले बड़द चढ़िया आवत देखिया था। कहते तुसी महादेव नूं सब तो बंदगी वाला शिव जी नूं सारे देवां दा देव कहंदे हो, कहंदे उहदे नाल भी तुसी कहानियां जोड़तियां। कहंदे हद होगी, एक पासे इष्ट कहंदे हो ते एक पासे मखौल करदे हो अपने इष्ट का। मोदी के घर खाना पाका वाका लड़का मारिया था, ये कहानियां बनातियां कि शिव जी मोदी के घर गए, जिहड़ा उन्हां दा खाना पकारदा सी, एक दिन खाना चंगा नहीं बनिया तो शिव जी ने उहदे पुत्र नूं मारता गुस्से दे विच। कहंदे हद होगी। पांडे तुमरा रामचंद्र सो भी आवत देखिया था। एक पासे तुसी रामचंद्र जी नूं सारे नूं, क्योंकि राजा आख्या तुसी अयोध्या दा बड़ा आख्या, रामचंद्र नूं पूजना शुरू किया। कहंदे दूसरे पासे रावण सेती सरबर हुई, घर की जोए गवाई थी। फिर कहानी बनाती कि इन्ने कन्ना दे कच्चे बनाता, धोबी दे कहण ते सीता नूं धक्के मार के बाहर कढ़िया। ये भगत नामदेव ने सीधी गल की, बई रब नूं जे चेते करना तो एक पासड़ हो जाओ, जे रब दे उत्ते शंका भी रखनी, तुसी अपने अपने इष्ट नूं भी पूजना, उहदी फिर कहानियां भी बना के मखौल करने। कहंदे ये नहीं होंदी रब दी बंदगी। माँ पांडे तुमरा रामचंद्र सो भी आवत देखिया था। कहंदे वो भी देखिया मैं। रावण सेती सरबर हुई, कहंदे रावण दे नाल कहंदे सिर्फ एक गल दे पिछे जंग कीती कि सीता चली गई हत्थों। रावण सेती सरबर हुई, घर की जोए गवाई थी। सीता लै भी आए वापस, तां भी कढ़ दिता बाहरों। अगे जिक्र किया हिंदू अन्ना तुरकू काणा। इस गल का निखेड़ा भगत नामदेव ने दिल्ली की धरती ते कीता कि तुगलक मुहम्मद बिन तुगलक तैनू किन्ने भुलेखा देता कि मैं हिंदू जां मैं मुसलमान दे खिलाफ हाँ। ना मैं हिंदू ते ना मैं मुसलमान। हिंदू अन्ना तुरकू काणा दूहां ते ज्ञानी सियाणा। ते कि इहदे विच जिक्र किया, कहंदे फिर कौन? कहंदे हिंदू सेवा देहुरा, मुसलमान मसीत। ना मैं देहुरे वाल गया अज तो बाद, ना अज तो पहला जांदा रहा, पर जद दा मैं इस सच नूं ज्ञान किया मैं देहुरे वाल भी नहीं गया। कहंदे हिंदू सेवा देहुरा, मुसलमान मसीत, ना मैं मसीतां वाल गया। कहंदे फिर कित्थे? ना मैं सोही सेविया जो देहुरा ना मसीत। मैं उन्होंने चेते किया है जिहड़ा कल्ला देहुरा ते मसीतां तक सीमित नहीं है, जिहड़ा सारियां विच मौजूद है। फिर जब ये ख्याल होया ना, कहंदे सानू ये नहीं पता, पर मरी गां जिउंदी कर। भगत नामदेव जी सुल्तान नूं ये शब्द है, सुल्तान पूछे सुन बे नामा, देखो राम तुम्हारे कामा। देखा मैं जिहड़ा तू राम का नाम जपाउंदा है वो कितना चमत्कारी है। ते भगत नामदेव जी ने क्या तुहानू किने कहता मैं किसी एक इष्ट का पुजारी हाँ? कहंदे फिर राम किनू कहंदे है? कहंदे आनी ले कुंभ भराई ले उदक, ठाकुर को इशनान करो। तू ये ना समझी कि कोई मेरा राम ठाकुर है, कोई मेरा राम मूर्ति है। कहंदे 42 लाख जी जल मैं होते, बीठल पहला काहे करूं। तैनू ये किन्ने कहता मैं किसी मूर्ति का पुजारी हाँ? जे मैं मूर्ति का पुजारी होंदा फिर मैं मूर्ति का इशनान कराउंदा, कित्थे कोई मूर्ति मेरे नाल ते कोई नहीं है। कहंदे फिर क्यों? कहंदे पानी दे अंदर 42 लाख जी होंदे ने। कहंदे तुसी कहंदे हो मैं असी ठाकुर नूं पवित्र करन लगे हाँ। कहंदे 42 लाख जी जल मैं होते, बीठुल पहला काहे करूं। कहंदे जिहड़ा पानी मैला है, जिहड़ा पानी झूठा है, उस तो असी रब पवित्र इष्ट पवित्र किवें कर सकते हैं? एक एक शब्द। कहंदे मैं किसी पत्थर का पुजारी नहीं। एकल पाथर कीजै भाओ,
दूजा पाथर धरिया पाऊं, जे ओहे देव ते ओ भी देवा। पत्थर दा नहीं पुजारी, कहते एक पत्थर दे उत्ते तुसी पैर धरदे हो ते दूसरे पत्थर नूं तुसी पूजदे हो। जे ओ देव है जिन्हों तुसी पूजदे हो, फिर ये कौन है जिस पत्थर ते तुसी तुरदे हो। बेबे किड्डी लॉजिकल गल कीती ये समझाउण वास्ते कि मैनू ये ना कह दिओ कि मैं पत्थर दा पुजारी हाँ, ना मैं सोई सेविया जो देहोरा ना मसीत। मैं उहदा पुजारी हाँ जो ना देहोरा विच ते ना मसीत विच। इस गल दा फिर मुहम्मद बिन तुगलक ने बड़ा गुस्सा मनाया। उन्हें कहा हुण सीधी जी गल है, जे मरी गऊँ नहीं जीवनी जीवित करनी फिर तेरी चम ला दांगे, तेरे टुकड़े कर दांगे। भगत नामदेव जी की माँ भी नाल है। ये शब्द दे विच सारा कुछ चलता है कि नामदेव जी दे माँ ने आख्या कि छोड़ राम की ना भजै खुदाए, कि वह सीधा कहा मुहम्मद बिन तुगलक ने, जां मरी गाँव जिंदी कर जां फिर मुसलमान बन जा। क्योंकि कह दिता जे मुसलमान नहीं फिर बन जा मुसलमान। तो भगत नामदेव जी कहते धक्के नाल नहीं। माँ कहती छड़ राम तू अल्लाह बोल लै, तेरा की बिगड़ जाएगा, टुकड़े कर देगा। भगत नामदेव कहता मेरी माँ भावें मेरे ये 100,000 टुकड़े कर दे, पर धक्के नाल ना मैनू कोई राम च पा सकता है तो ना कोई धक्के नाल मैनू अल्लाह को हा सकता है। मैं अपनी मौज विच उचारांगा। ठीक है, राम अल्लाह बिल्कुल ये वंड दिते असी नाम, पर गुरु ग्रंथ साहब वाहिद एक ऐसी बख्शिश है इस धरती उत्ते जिहदे विच कोई बोले राम राम, कोई खुदाए, कोई सेवा गुसैयां, कोई दुनिया का ग्रंथ दिखा दो ऐसा होए, कोई दुनिया का धर्म दिखा दो ऐसा होए। वेदां दे विच अल्लाह खुदा ये नहीं है, कुरान दे विच राम हरी ये नहीं है। दिखा दो कोई दुनिया का ग्रंथ ऐसा होए। इको एक वाहिद जागत जोत श्री गुरु ग्रंथ साहब ने, जिहदे विच अल्लाह बोलण वाला भी बैठा होया, 5 वक्त का नमाजी भी बैठा होया, जिहदे विच राम बोलण वाला, बिठुल बोलण वाला भी बैठा होया। इस करके गुरु नानक साहब महाराज जी ने नामदेव जी नूं एड्डा ज़्यादा सानू उपदेश देने वास्ते ये एड्डी बख्शिश दी, एड्डी पदवी देती। फिर नामदेव जी ने कहा ना भाई धक्के नाल नहीं, ये मेरे वस नहीं है। ये बिस्मिल गां मेरे तो, बिस्मिल का मतलब है मारी हुई, हलाल की हुई गां मेरे तो नहीं जिउंदी होंदी। ये तो रब का भाणा होएगा, रब नहीं मारी है तो रब ही जिउंदा करेगा, मैं कौन हाँ। पर इस सच्ची मुच्ची दिल्ली की धरती ते एक कला वरती है कि मत जगा दी, जिउंदी कर दी। मत रूपी माँ रूपी गां, माँ मत होंदी है, इनू दृढ़ करके जगा दिता भगत नामदेव। जिंदी हुई गां इस धरती ते, कोई गल इस गल नूं कहण ते कोई गुरेज नहीं है। बाणी दे विच जिक्र है कि मूई गां जिउंदी हुई है। हुण इस गां दे जिउंदे होण तो बाद फिर जिहड़ा तुगलक है ना, उन्हें सोने का बिस्तर बनवा के भगत नामदेव जी नूं दिता। ते भगत नामदेव जी कहंदे मैं कित्थे लैके जावांगा चक के। वो कहता जी गल ही कोई नहीं है। मुहम्मद बिन तुगलक कहता मेरे नौकर जिन्ने मर्जी लै जाओ। मुहम्मद बिन तुगलक के नौकर भगत नामदेव जी के नाल सोने का बिस्तर बना के, बैड पूरा पलंग बना के नाल चक के लैके जा रहे हैं। जिस वेले जमुना के कंढे ते पहुँचे ना नामदेव, कहते इत्थे सुट दो जमुना दे विच। आ देखो किड्डी प्रीत है रब दे नाम दी, कोई भुख नहीं अंदर। कहते सुट दो, कहते बादशाह का दिता होया, कहते ना तेरे बादशाह का डर है ते ना मैनू इहदा लालच है। दोनों चीज़ां खत्म करती, निरभाऊ निर्वैर करता। पर धन पर दारा पर हरी, ताके निकट वसै नर हरि, जो ना भजनते नारायणा तिनका मैं ना करूं दर्शना, जिनकै भीतर है अंतरा, जैसे पश तैसे ओए नरा। यह है गल कीती। ते किन्ने किन्ने ध्याया भगत नामदेव जी नूं। इस धरती ते भगत रविदास जी ने भी नामदेव का जिक्र किया, धन गुरु नानक साहब जी ने किया, गुरु अर्जुन साहब जी ने किया, कबीर साहब जी ने किया। कमाल है, इन्ने सारे भगतां ने। भगत रविदास जी का शब्द, ऐसी लाल तुझ बिन कौन करे, गरीब निवाज गुसैया मेरा माथा छतर धरे, जाकी छोट जगत को लागै, नीवी जात करके लोकी कहते सी परछावां ना लगे, तां पर तू ही डरै, नीचा ऊंच करे मेरा गोबिंद, काहू ते ना डरै। उत्थे जिक्र किया नामदेव कबीर त्रिलोचन, पहले नंबर ते नामदेव जी नूं रखिया। नामदेव कबीर त्रिलोचन सदना सैन तरे, कह रविदास सदना सैन तरै, कह रविदास सुनो रे संतो हर जियो ते सबै सरै। ये रब की कृपा होए ना, फिर नीचा है ऊंच करे मेरा गोबिंद। तो गुरु नानक साहब ने जब भगत नामदेव जी नूं चेते किया, सारे जपो ते समाप्ति है, हर जुग जुग भगत उपाया,
पैज रखदा आया राम राजे। हर नाकश दुष्ट हर मारिया, प्रहलाद तराया अहंकारियां निंदकां पिठ दे, नाम दिओ मुख लाया भगत नामदेव ने। तुगलक वर्गे विपर वर्गे अपने आप ਨੂੰ ਵੱਡੇ ਕਹਿਣ ਵਾਲੇ ਅਹੰਕਾਰੀਆਂ ਨੂੰ ਪਿੱਠ ਦਿੱਤੀ ਰੱਬ ਨੇ, ਤੇ ਨਾਮਦੇਵ ਨੂੰ ਸੀਨੇ ਨਾਲ ਰੱਬ ਨੇ ਲਾਇਆ। ਗੁਰੂ ਨਾਨਕ ਸਾਹਿਬ ਨੇ ਮੋਹਰ ਲਾਈ ਹੈ। ਆਸਾ ਕੀ ਵਾਰ ਦੀ ਸਮਾਪਤੀ ਇਸ ਪਦੇ ਤੇ ਹੁੰਦੀ ਹੈ, ਇਸ ਬੰਦ ਤੇ ਹੁੰਦੀ ਹੈ ਕਿ ਜਿਹਨੂੰ ਮਰਜ਼ੀ ਚੇਤੇ ਕਰੋ ਪਰ ਭਗਤ ਵੱਡੇ ਹੈ। ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨਾ ਛੂਟੈ ਕੋਈ। ਕਹਿੰਦੇ ਜੇ ਮੇਰੀ ਬੰਨੀ ਹੋਏ ਨਾ, ਤੇ ਜੇ ਭਗਤ ਨੂੰ ਪੁੱਛ ਲਓ ਕਿ ਰੱਬ ਦੀ ਆਈ ਹੋਈ ਪਾਈ ਹੋਈ ਕੋਈ ਦੁੱਖਾਂ ਸੁੱਖਾਂ ਵਾਲੀ ਵਿਧ ਕਿਵੇਂ ਬਚੀਏ, ਭਗਤ ਬਚਾ ਲੇਗਾ ਰੱਬ ਦੇ ਅੱਗੇ ਅਰਦਾਸ ਕਰਕੇ। ਪਰ ਜੇ ਭਗਤ ਤੋਂ ਤੁਸੀਂ ਗਫਲਤ ਕਰ ਲਓ, ਜੇ ਭਗਤ ਕਹਿ ਦੇ ਨਾ ਤੈਨੂੰ ਰੱਬ ਵੀ ਨਹੀਂ ਬਚਾ ਸਕਦਾ, ਫਿਰ ਰੱਬ ਵੀ ਕਹਿੰਦਾ ਕਿ ਜਿਹੜੀ ਭਗਤ ਨੇ ਗੰਢ ਬੰਨ੍ਹਤੀ ਹੈ ਨਾ, ਰੱਬ ਕਹਿੰਦਾ ਉਹ ਮੈਂ ਵੀ ਨਹੀਂ ਖੋਲ ਸਕਦਾ, ਭਗਤ ਕੋਲ ਇੰਨੀ ਤਾਕਤ ਹੈ। ਇਸ ਕਰਕੇ ਇਸ ਧਰਤੀ ਦੇ ਉੱਤੇ ਸਭ ਵਸ ਕਰਨ ਦਾ ਯਤਨ ਕਰਦੇ ਆ। ਇਹ ਬਚਨ ਪੜ੍ਹ ਕੇ ਸਮਾਪਤੀ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਇਸ ਕਰਕੇ ਭਗਤਾਂ ਨੂੰ ਵੀ ਨਮਸਕਾਰ ਹੈ, ਭਗਤ ਨਾਮਦੇਵ ਨੂੰ ਨਮਸਕਾਰ। ਕੱਲ੍ਹ ਨੂੰ ਦੇਹੁਰਾ ਫਿਰਨ ਵਾਲੀ ਸਾਖੀ ਅਤੇ ਹੋਰ ਸ਼ਬਦ ਭੈਰੋ ਰਾਗ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਬਦ ਨੇ ਭਗਤ ਨਾਮਦੇਵ ਜੀ ਦੇ, ਕਿਉਂਕਿ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਨਿੰਦਾ ਦੀ ਪਰਵਾਹ ਨਹੀਂ ਕਰਦੇ। ਕਹਿੰਦੇ ਬਾਦ ਵਿਵਾਦ ਕਾਹੂ ਸਿਉ ਕੀ ਜਾ, ਉਹ ਕਹਿੰਦੇ ਮੈਨੂੰ ਮਾੜਾ ਕਹਿੰਦਾ, ਉਹ ਮੈਨੂੰ ਕਹਿੰਦੇ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ। ਕੋਈ ਭਾਵੇਂ ਮੈਨੂੰ ਮਾੜਾ ਕਹੇ ਤੇ ਭਾਵੇਂ ਕੋਈ ਮੇਰੇ ਸੋਹਲੇ ਗਾਏ, ਜੇ ਨਿੰਦਾ ਕਰਦਾ ਜੇ ਰਾਜ ਦੇ ਤਾਂ ਕਵਨ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਭਗਤ ਨਾਮਦੇਵ ਜੀ ਕਹਿੰਦੇ ਰਾਜ ਦੇਤਾ ਤੇ ਤੇਰੀ ਹੀ ਵੱਡੇ, ਮੇਰੀ ਕਾਹਦੀ ਹੈ। ਜੇ ਭੀਖ ਮੰਗਵਾ ਲਿਆ ਤੇ ਫਿਰ ਮੇਰਾ ਕੀ ਘਟਿਆ। ਇਸ ਕਰਕੇ ਰੱਬ ਤੋਂ ਡਰ ਕੇ ਰਹੋ। ਕਬਹੂ ਖੀਰ ਖਾਂਡ ਘਿਓ ਨਹੀਂ ਭਾਵੈ, ਭਗਤ ਨਾਮਦੇਵ ਜੀ ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਪੂਰਨ ਚਨੈ ਬਿਨਾਵੈ, ਜਿਉ ਰਾਮ ਰਾਖੈ ਤਿਉ ਰਹੀਆ ਰੇ ਭਾਈ। ਇਸ ਗੱਲ ਨੂੰ ਯਾਦ ਰੱਖਿਓ। ਅੱਜ ਰੱਬ ਨੇ ਦੇਸੀ ਘਿਓ ਦੀਆਂ ਘਰ 'ਚ ਨਦੀਆਂ ਵਹਾਈਆਂ ਹੋਈਆਂ ਨੇ, ਘਰ ਦੇ ਵਿੱਚ ਖਾਣ ਪੀਣ ਨੂੰ ਸਭ ਅਸੀਂ ਕਹਿੰਦੇ ਪਰਾਂ ਕਰੋ, ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, ਹੋਰ ਲਿਆਓ ਕੁਝ ਹੋਰ। ਪਰ ਜੇ ਰੱਬ ਦੀ ਮਾਰ ਪੈ ਜਾਏ ਨਾ, ਕਿਸੇ ਨੂੰ ਨਾ ਪਏ। ਘਰ ਦੇ ਬਾਹਰ ਟੁਕੜੇ ਮੰਗਾਉਣ ਵਾਸਤੇ ਰੱਬ ਲਾ ਲੈਂਦਾ, ਤੇ ਫਿਰ ਉਹ ਛੱਡੋ। ਅੱਜ ਸਾਡੇ ਕੋਲ ਸਭ ਕੁਛ ਹੈ। ਭਗਤ ਨਾਮ ਦੇ ਪਤਾ ਕੀ ਕਹਿੰਦੇ, ਸਾਡੇ ਕੋਲ ਸਭ ਕੁਛ ਹੈ, ਅਸੀਂ ਪਰਵਾਹ ਹੀ ਨਹੀਂ ਕਰਦੇ। ਫਿਰ ਭੁੱਖੇ ਦੇ ਭੁੱਖੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਏਕ ਬਿਨਾ ਦੇ 10 ਪੀਹਰ ਲੈ ਤਉ ਮੂੜਾ ਕਹੋ। ਕਹਿੰਦੇ ਕਦੀ ਘਰ ਜਦ ਵਿਆਹਾਂ ਦੇ ਵਿੱਚ ਰੋਟੀਆਂ ਦੀ ਬਰਬਾਦੀ ਕਰਕੇ ਆਉਂਦੇ ਆ ਨਾ, ਅਸੀਂ ਐ ਭਰ ਕੇ ਥਾਲੀਆਂ ਦੀ ਥਾਲੀਆਂ ਡਸਟਬਿਨਾਂ 'ਚ ਛੱਡ ਕੇ ਆਉਂਦੇ ਆ। ਕਹਿੰਦੇ ਜਦ ਘਰੇ ਵਾਪਸ ਆ ਰਹੇ ਹੁੰਦੇ ਆ ਨਾ, ਫਿਰ ਬਣੇ ਹੋਏ ਕੂੜੇਦਾਨਾਂ ਵੱਲ ਵੇਖ ਲਿਆ ਕਰੀਏ, ਜਿਹੜੇ ਬੱਚੇ ਕੂੜੇ ਦੇ ਢੇਰ ਉੱਤੇ ਬੈਠ ਕੇ ਦਾਣੇ ਲੱਭ ਰਹੇ ਹੁੰਦੇ ਆ, ਢਿੱਡ ਭਰ ਲਈਏ। ਕਹਿੰਦੇ ਇਹ ਰੱਬ ਨੂੰ ਤਾਂ ਚੇਤੇ ਕਰੋ। ਭਗਤ ਨਾਮਦੇਵ ਜੀ ਕਹਿੰਦੇ ਕਬਹੂ ਖੀਰ ਖਾਂਡ ਘਿਓ ਨਹੀਂ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਕੂਰਨ ਚਨੈ ਬਿਨਾਵੈ। ਕੂੜਿਆਂ ਦੇ ਢੇਰ ਉੱਤੇ ਬੈਠ ਕੇ ਜਿਹੜਾ ਬੱਚਾ ਢਿੱਡ ਵਾਸਤੇ ਕੂੜਾ ਦੇ ਵਿੱਚੋਂ ਅੰਨ ਦਾ ਰਿਜ਼ਕ ਲੱਭ ਰਿਹਾ ਹੁੰਦਾ ਨਾ, ਭਗਤ ਨਾਮਦੇਵ ਕਹਿੰਦੇ ਉਹਨੂੰ ਵੇਖ ਕੇ ਰੱਬ ਦਾ ਸ਼ੁਕਰਾਨਾ ਕਰ ਲਈ ਕਿ ਤੈਨੂੰ ਰੱਬ ਨੇ ਕੀ ਕੁਛ ਨਹੀਂ ਦਿੱਤਾ, ਸਾਡੇ ਬੱਚਿਆਂ ਨੂੰ ਰੱਬ ਨੇ ਕੀ ਕੁਛ ਨਹੀਂ ਦਿੱਤਾ। ਇਵੇਂ ਤੈਨੂੰ ਰੱਬ ਚੇਤੇ ਆਏਗਾ। ਜਿਉਂ ਰਾਮ ਰਾਖੈ ਤਿਉਂ ਬਸ। ਫਿਰ ਇਸ ਕਰਕੇ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਕਹਿੰਦੇ ਰਸਨਾ ਰਾਮ ਰਸਾਇਣ ਪੀਜੈ, ਜੀ ਜਾਨ ਐਸੀ ਬਨੇ ਆਈ, ਮਿਲੈ ਗੋਪਾਲ ਨਿਸ਼ਾਨ ਬਜਾਈ। ਅਗਲੀ ਜਿਹੜੀ ਤੁਕ ਹੈ ਹੁਣ ਕੱਲ੍ਹ ਨੂੰ ਵਿਚਾਰ ਕਰਾਂਗੇ। ਬਹੁਤ ਬਖਸ਼ਿਸ਼ ਸਤਿਗੁਰ ਜੀ ਦੀ ਆਪ ਸੰਗਤਾਂ ਨੇ ਬੜੇ ਪ੍ਰੇਮ ਵਿੱਚ ਜੁੜ ਕੇ ਸਰਵਣ ਕੀਤਾ। ਸਮੇਂ ਦੇ ਵਿੱਚ ਆਇਆ ਕਰੋ। 7:30 ਕੱਲ੍ਹ ਕਥਾ ਸ਼ੁਰੂ ਹੋਏਗੀ, 7:20 ਤੱਕ ਪਹੁੰਚ ਜਾਇਆ ਕਰੋ, ਕਿਉਂਕਿ ਇਹ ਜਿਹੜਾ ਸਮਾਂ ਹੈ ਨਾ, ਇਹ ਬਾਰ-ਬਾਰ ਨਹੀਂ ਮਿਲਣਾ। ਭਗਤ ਨਾਮਦੇਵ ਜੀ ਦੇ ਖਜ਼ਾਨੇ ਬਾਣੀ ਦੇ ਵਿੱਚ ਇਹ ਬਖਸ਼ਿਸ਼ਾਂ, ਸਾਡਾ ਪ੍ਰੇਮ ਬਣੇਗਾ ਭਗਤ ਨਾਮਦੇਵ ਜੀ ਭਗਤਾਂ ਦੇ ਨਾਲ। ਕੈਸੀ ਭਗਤੀ ਕੀਤੀ, ਤਾਂ ਕਿ ਭਗਤ ਇਸ ਲਈ ਗੁਰੂ ਸਾਹਿਬ ਨੇ ਲਿਆ ਕੇ ਰੱਖੇ ਨੇ, ਤਾਂ ਕਿ ਭਗਤਾਂ ਨੂੰ ਵੇਖ ਕੇ ਅਸੀਂ ਵੀ ਭਗਤੀ ਕਰ ਸਕੀਏ। ਅਸੀਂ ਕਹਿੰਦੇ ਨਾ ਅਸੀਂ ਗੁਰੂ ਵਰਗੇ ਨਹੀਂ ਹੋ ਸਕਦੇ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਫਿਰ ਭਗਤਾਂ ਵਰਗੇ ਹੋ ਜਾਓ। ਜਿਹੜੇ 15 ਭਗਤ ਅੱਗੇ ਤੁਹਾਡੇ ਸਾਹਮਣੇ ਰੱਖੇ ਨੇ, ਜਿਨ੍ਹਾਂ ਨੂੰ ਨਮਸਕਾਰ ਕਰਦੇ ਹੋ, ਇਹਨਾਂ ਵਰਗੇ ਹੋ ਜਾਈਏ। ਸਤਿਗੁਰੂ ਜੀ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਬਹੁਤ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਦੇ ਸਾਹਮਣੇ ਪਹੁੰਚ ਚੁੱਕੇ ਨੇ। ਗੁਰਦੁਆਰਾ ਸਿੰਘ ਸਭਾ ਸੀ ਬਲਾਕ ਵਿਖੇ ਬੜਾ ਸੋਹਣਾ ਇਹ ਕੀਰਤਨ ਸਰਵਣ ਕਰਾਉਂਦੇ ਰਹੇ ਨੇ। ਹੁਣ ਹੋਰ ਸਤਿਗੁਰੂ ਜੀ ਨੇ ਇਹਨਾਂ ਨੂੰ
ਵੰਨ ਸਵੰਨੀਆਂ ਥਾਵਾਂ 'ਤੇ ਸੰਗਤ ਦੀ ਸੇਵਾ ਕਰਨ ਵਾਸਤੇ ਹਾਜ਼ਰੀਆਂ ਬਖਸ਼ੀਆਂ ਨੇ। ਆਪ ਸੰਗਤਾਂ ਨੂੰ ਨਿਹਾਲ ਕਰਾਉਣਗੇ। ਬੜਾ ਸੋਹਣਾ ਕੀਰਤਨ ਕਰਦੇ ਨੇ। ਇਸੀ ਪਿਆਰ ਵਿੱਚ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।